ਗੁੱਡ ਮੋਰਨਿੰਗ ਆਲ ਆਫ ਯੂ। ਅੱਜ ਦੀ ਕਰੰਟ ਅਫੇਅਰ ਕਲਾਸ ਵਿੱਚ ਆਪਾਂ ਕਵਰ ਕਰਾਂਗੇ 12 ਤੋਂ ਲੈ ਕੇ 16 ਮਾਰਚ ਦਾ ਕਰੰਟ ਅਫੇਅਰ। ਕਾਫੀ ਇੰਪੋਰਟੈਂਟ ਨਿਊਜ਼ ਆਪਣੀ ਹੋਣਗੀਆਂ। ਸੋ ਸਟਾਰਟ ਕਰਦੇ ਆਪਣੀ ਅੱਜ ਦੀ ਫਸਟ ਨਿਊਜ਼ ਤੋਂ, ਵਿਚ ਇਜ਼ ਰਿਲੇਟਡ ਟੂ ਪੈਸਿਵ ਯੂਥਨੇਸ਼ੀਆ। ਕਾਫੀ ਇੰਪੋਰਟੈਂਟ ਨਿਊਜ਼ ਹੈਗੀ ਆ। ਸੁਪਰੀਮ ਕੋਰਟ ਆਫ ਇੰਡੀਆ ਹੈਜ਼ ਅਲਾਉਡ ਦ ਵਿਡਰੋਵਲ ਆਫ ਲਾਈਫ ਸਸਟੇਨਿੰਗ ਟ੍ਰੀਟਮੈਂਟ ਫॉर ਹਰੀਸ਼ ਰਾਣਾ, a 32-year-old in a permanent vegetative state since 2013। ਸੋ ਹਰੀਸ਼ ਰਾਣਾ ਜੋ ਕਿ ਸਟੂਡੈਂਟ ਸੀਗੇ 2013 ਦੇ ਵਿੱਚ 4 ਸਟੋਰੀ ਤੋਂ ਇਹ ਡਿੱਗ ਪਏ ਸੀਗੇ ਐਂਡ ਉਸ ਟਾਈਮ 'ਤੇ ਇਹਨਾਂ ਨੂੰ ਕਾਫੀ ਜ਼ਿਆਦਾ ਇੰਜਰੀ ਆਈ ਸੀਗੀ ਐਂਡ 2013 ਤੋਂ ਹੀ ਇਹ ਪਰਮਾਨੈਂਟ ਵੈਜੀਟੇਟਿਵ ਸਟੇਟ ਦੇ ਵਿੱਚ ਸੀਗੇ, ਮਤਲਬ ਕਿ ਕਾਫੀ ਜ਼ਿਆਦਾ ਇਲ ਸੀਗੇ ਐਂਡ ਲਾਈਫ ਸਸਟੇਨਿੰਗ ਸਿਸਟਮ 'ਤੇ ਇਹਨਾਂ ਨੂੰ ਰੱਖਿਆ ਹੋਇਆ ਸੀਗਾ, ਜਿਹਦੇ ਵਿੱਚ ਆਰਟੀਫਿਸ਼ੀਅਲ ਫੂਡ ਨਿਊਟ੍ਰੀਸ਼ਨ ਇਹਨਾਂ ਨੂੰ ਦਿੱਤਾ ਜਾ ਰਿਹਾ ਸੀਗਾ। ਠੀਕ ਹੈ, ਐਂਡ ਇਹਨਾਂ ਦੇ ਰਿਕਵਰ ਕਰਨ ਦੀ ਕੋਈ ਉਮੀਦ ਨਹੀਂ ਸੀਗੀ। ਸੋ ਇਹਨਾਂ ਦੇ ਜੋ ਪੇਰੈਂਟਸ ਸੀਗੇ ਉਹ ਆਪਣੀ ਇੱਕ ਬੈਟਲ ਲੜ ਰਹੇ ਸੀਗੇ ਕਿ ਅਸੀਂ ਆਪਣੇ ਬੱਚੇ ਨੂੰ ਇਸ ਕੰਡੀਸ਼ਨ ਦੇ ਵਿੱਚ ਨਹੀਂ ਵੇਖ ਸਕਦੇਗੇ ਐਂਡ ਸਾਨੂੰ ਪੈਸਿਵ ਯੂਥਨੇਸ਼ੀਆ ਅਲਾਉ ਕਰੋ। ਸੋ ਸੁਪਰੀਮ ਕੋਰਟ ਆਫ ਇੰਡੀਆ ਨੇ ਪੈਸਿਵ ਯੂਥਨੇਸ਼ੀਆ ਅਲਾਉ ਕੀਤਾ। ਪਹਿਲੀ ਵਾਰ ਇੰਡੀਆ ਦੇ ਵਿੱਚ ਇੱਦਾਂ ਹੋਇਆ ਕਿ ਕਿਸੇ ਨੂੰ ਪੈਸਿਵ ਯੂਥਨੇਸ਼ੀਆ ਦਿੱਤਾ ਜਾ ਰਿਹਾ ਹੈਗਾ। ਠੀਕ ਹੈ, ਕਿਹਨੂੰ ਦਿੱਤਾ ਜਾ ਰਿਹਾ ਹੈਗਾ? ਹਰੀਸ਼ ਰਾਣਾ, ਨਾਮ ਇੰਪੋਰਟੈਂਟ ਹੈ, ਯਾਦ ਰੱਖਿਓ। So this decision represents the first practical application of passive euthanasia in country, emphasizing the right to die with dignity। ਠੀਕ ਹੈ ਜੀ। ਸੋ ਪਹਿਲੀ ਐਪਲੀਕੇਸ਼ਨ ਹੈਗੀ ਹੈ ਪੈਸਿਵ ਯੂਥਨੇਸ਼ੀਆ ਦੀ। ਲੀਗਲ ਪਹਿਲਾਂ ਵੀ ਸੀਗਾ, ਆਪਾਂ ਹੁਣ ਕੇਸਿਸ ਕਰਾਂਗੇ ਕਿਹੜੀ ਕੇਸ ਦੇ ਵਿੱਚ ਲੀਗਲ ਕੀਤਾ ਸੀਗਾ ਪੈਸਿਵ ਯੂਥਨੇਸ਼ੀਆ ਨੂੰ, ਬਟ ਐਪਲੀਕੇਸ਼ਨ ਜੋ ਹੈ ਪਹਿਲੀ ਵਾਰ ਹੋ ਰਹੀ ਹੈ ਹਰੀਸ਼ ਰਾਣਾ 'ਤੇ। ਨੈਕਸਟ ਆਪਾਂ ਕੇਸਿਸ ਬਾਰੇ ਦੇਖ ਲੈਂਦੇ ਹਾਂ। ਸੋ ਗਿਆਨ ਕੌਰ ਕੇਸ ਹੋਇਆ ਸੀਗਾ 1996 ਦੇ ਵਿੱਚ। ਇਸ ਕੇਸ ਦੇ ਵਿੱਚ ਜੋ ਸੁਪਰੀਮ ਕੋਰਟ ਆਫ ਇੰਡੀਆ ਸੀਗਾ 5 ਜਜਿਸ ਬੈਂਚਿਸ ਨੇ ਇਹ ਰੂਲ ਕੀਤਾ ਸੀਗਾ ਕਿ ਰਾਈਟ ਟੂ ਲਾਈਫ ਅੰਡਰ ਆਰਟੀਕਲ 21 ਜੋ ਕਨਸਟੀਟਿਊਸ਼ਨ ਦੇ ਵਿੱਚ ਆਉਂਦੀ ਹੈ ਡਜ਼ ਨਾਟ ਇਨਕਲੂਡ ਦਾ ਰਾਈਟ ਟੂ ਡਾਈ। ਠੀਕ ਹੈ ਜੀ, ਰਾਈਟ ਟੂ ਲਾਈਫ ਦੇ ਵਿੱਚ ਰਾਈਟ ਟੂ ਡਾਈ ਵਿਦ ਡਿਗਨਿਟੀ ਨਹੀਂ ਇਨਕਲੂਡ ਹੋਊਗਾ। ਸੋ ਇਸ ਕੇਸ ਦੇ ਵਿੱਚ ਜੋ ਯੂਥਨੇਸ਼ੀਆ ਸੀਗਾ ਉਹਨੂੰ ਲੀਗਲਾਈਜ਼ ਨਹੀਂ ਕੀਤਾ ਸੀਗਾ ਸੁਪਰੀਮ ਕੋਰਟ ਨੇ। ਉਸ ਤੋਂ ਬਾਅਦ ਅਰੁਣਾ ਸ਼ਾਨਬਾਗ ਦਾ ਕੇਸ ਆਉਂਦਾ 2011 ਦਾ। ਇਹ ਕਾਫੀ ਲੈਂਡਮਾਰਕ ਜਜਮੈਂਟ ਸੀਗੀ। ਇਹ ਉਹੀ ਕੇਸ ਸੀਗਾ ਜਿਹਦੇ ਵਿੱਚ ਸੁਪਰੀਮ ਕੋਰਟ ਆਫ ਇੰਡੀਆ ਨੇ ਲੀਗਲ ਕੀਤਾ ਸੀਗਾ ਪੈਸਿਵ ਯੂਥਨੇਸ਼ੀਆ ਨੂੰ ਫॉर ਦ ਫਸਟ ਟਾਈਮ। ਠੀਕ ਹੈ, ਲੀਗਲ ਜੋ ਹੈ ਇਸ ਕੇਸ ਦੇ ਵਿੱਚ ਹੋਇਆ ਸੀਗਾ ਅਰੁਣਾ ਸ਼ਾਨਬਾਗ ਕੇਸ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਕਾਮਨ ਕਾਜ਼ ਕੇਸ ਹੁੰਦਾ 2018 ਦਾ। ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ ਸੀਗੀ ਕਿ ਜੋ ਰਾਈਟ ਟੂ ਲਿਵ ਵਿਦ ਡਿਗਨਿਟੀ ਹੈ ਇਟ ਇਜ਼ ਅ ਫੰਡਾਮੈਂਟਲ ਰਾਈਟ ਐਂਡ ਲਿਗਲਾਈਜ਼ਡ ਲਿਵਿੰਗ ਵੇਜ਼। ਠੀਕ ਹੈ ਜੀ। ਸੋ ਰਾਈਟ ਟੂ ਡਾਈ ਵਿਦ ਡਿਗਨਿਟੀ ਕਿ ਜਿਵੇਂ ਕੋਈ ਪਰਸਨ ਇੱਕ ਪਰਮਾਨੈਂਟ ਵੈਜੀਟੇਟਿਵ ਸਟੇਟ ਦੇ ਵਿੱਚ ਹੈਗਾ ਹੈ, ਉਹਦੇ ਰਿਕਵਰ ਕਰਨੇ ਦਾ ਕੋਈ ਚਾਂਸ ਨਹੀਂ ਹੈਗਾ, ਅਲਟੀਮੇਟਲੀ ਉਹਨੇ ਮਰ ਜਾਣਾ ਹੈ। ਠੀਕ ਹੈ, ਉਹ ਲਾਈਫ ਸਸਟੇਨਿੰਗ ਸਿਸਟਮ 'ਤੇ ਚੱਲ ਰਿਹਾ ਹੈਗਾ। ਸੋ ਇਹਨੂੰ ਆਪਾਂ ਕਹਾਂਗੇ ਪਰਮਾਨੈਂਟ ਵੈਜੀਟੇਟਿਵ ਸਟੇਟ। ਸੋ ਇਹ ਰਾਈਟ ਟੂ ਲਿਵ ਵਿਦ ਡਿਗਨਿਟੀ ਦੇ ਵਿੱਚ ਨਹੀਂ ਆਉਂਦਾ ਗਾ। ਠੀਕ ਹੈ, ਐਂਡ ਸੁਪਰੀਮ ਕੋਰਟ ਨੇ ਕਾਮਨ ਕਾਜ਼ ਕੇਸ ਦੇ ਵਿੱਚ ਆਪਣੀ ਜਜਮੈਂਟ ਦਿੱਤੀ ਕਿ ਰਾਈਟ ਟੂ ਲਿਵ ਵਿਦ ਡਿਗਨਿਟੀ ਜੋ ਹੈ ਉਹ ਇੱਕ ਫੰਡਾਮੈਂਟਲ ਰਾਈਟ ਹੈਗਾ ਪਰਸਨ ਦਾ। ਅੰਡਰ ਆਰਟੀਕਲ, ਕਿਹੜੇ ਆਰਟੀਕਲ ਦੇ ਵਿੱਚ ਆਊਗਾ? ਆਰਟੀਕਲ 21 ਦੇ ਵਿੱਚ ਆਊਗਾ। ਠੀਕ ਹੈ ਜੀ। ਸੋ ਇਹ ਵੀ ਕੁਐਸਚਨ ਆ ਸਕਦਾ ਹੈਗਾ। ਸੋ ਇਹ ਤਿੰਨੋਂ ਕੇਸ ਆਪਣੇ ਲਈ ਇੰਪੋਰਟੈਂਟ ਹੈਗੇ। ਫਸਟ ਕੇਸ ਗਿਆਨ ਕੌਰ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਲੀਗਲ ਨਹੀਂ ਕਰਾਂਗੇ ਅਸੀਂ ਪੈਸਿਵ ਯੂਥਨੇਸ਼ੀਆ ਨੂੰ। ਸੈਕਿੰਡ ਅਰੁਣਾ ਸ਼ਾਨਬਾਗ ਕੇਸ ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਨੇ ਲੀਗਲ ਕਰਤਾ ਸੀਗਾ। ਉਸ ਤੋਂ ਬਾਅਦ ਕਾਮਨ ਕਾਜ਼ ਕੇਸ ਦੇ ਵਿੱਚ ਕਿਹਾ ਗਿਆ ਕਿ ਰਾਈਟ ਟੂ ਲਿਵ ਵਿਦ ਡਿਗਨਿਟੀ ਜੋ ਹੈ ਇੱਕ ਫੰਡਾਮੈਂਟਲ ਰਾਈਟ ਹੈਗਾ। ਉਸ ਤੋਂ ਬਾਅਦ ਯੂਥਨੇਸ਼ੀਆ ਹੁੰਦਾ ਕੀ ਹੈ? ਯੂਥਨੇਸ਼ੀਆ ਰੈਫਰਸ ਟੂ ਡੈਲੀਬਰੇਟ act of ending the life of a person suffering from an incurable disease or irreversible condition to relieve pain and suffering. It can be admitted by physician. So euthanasia ਦੇ ਵਿੱਚ basically ਹੁੰਦਾ ਕੀ ਆ? ਇੱਕ deliberate act ਹੁੰਦਾ to end the life। ਠੀਕ ਹੈ ਜੀ। ਕੋਈ ਪਰਸਨ ਬਹੁਤ ਜ਼ਿਆਦਾ ਬਿਮਾਰ ਹੈ, ਉਹਦੇ ਰਿਕਵਰ ਕਰਨ ਦੀ ਕੋਈ ਉਮੀਦ ਨਹੀਂ ਹੈਗੀ, ਉਹ ਇਰੀਵਰਸੀਬਲ ਕੰਡੀਸ਼ਨ ਦੇ ਵਿੱਚ ਹੈਗਾ, ਤਾਂ ਉਸ ਕੇਸ ਦੇ ਵਿੱਚ ਡੈਲੀਬਰੇਟ ਐਕਸ਼ਨ ਲੈ ਕੇ ਉਸ ਪਰਸਨ ਨੂੰ ਅਲਾਉ ਕਰਨਾ ਟੂ ਡਾਈ ਵਿਦ ਡਿਗਨਿਟੀ, ਇਹਨੂੰ ਕਹਿੰਦੇ ਆਪਾਂ ਯੂਥਨੇਸ਼ੀਆ। ਹੁਣ ਯੂਥਨੇਸ਼ੀਆ ਜੋ ਹੁੰਦਾ ਉਹ ਦੋ ਟਾਈਪ ਦਾ ਹੁੰਦਾ, ਇੱਕ ਹੁੰਦਾ ਐਕਟਿਵ ਯੂਥਨੇਸ਼ੀਆ, ਇੱਕ ਹੁੰਦਾ ਪੈਸਿਵ ਯੂਥਨੇਸ਼ੀਆ। ਐਕਟਿਵ ਯੂਥਨੇਸ਼ੀਆ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਫਿਜ਼ੀਸ਼ੀਅਨ ਹੈ ਉਹ ਡਾਇਰੈਕਟਲੀ ਕੀ ਕਰੂਗਾ? ਕੋਈ ਲੀਥਲ ਇੰਜੈਕਸ਼ਨ ਲਗਾ ਦੂਗਾ, ਕੋਈ ਪੋਇਜ਼ਨਸ ਇੰਜੈਕਸ਼ਨ ਲਗਾ ਦੂਗਾ ਐਂਡ ਉਸੇ ਮੌਕੇ 'ਤੇ ਉਸ ਪਰਸਨ ਦੀ ਡੈਥ ਹੋ ਜੂਗੀ। ਇਹ ਹੁੰਦਾ ਐਕਟਿਵ ਯੂਥਨੇਸ਼ੀਆ, ਐਟ ਦ ਸਪੋਟ ਡੈਥ ਕਰਨਾ। ਸੈਕਿੰਡ ਹੁੰਦਾ ਪੈਸਿਵ ਯੂਥਨੇਸ਼ੀਆ। ਐਂਡ ਜੋ ਐਕਟਿਵ ਯੂਥਨੇਸ਼ੀਆ ਹੈਗਾ ਇਹ ਇੰਡੀਆ ਦੇ ਵਿੱਚ ਲੀਗਲ ਨਹੀਂ ਹੈਗਾ। ਠੀਕ ਹੈ, ਇੰਡੀਆ ਦੇ ਵਿੱਚ ਕਿਹਨੂੰ ਲੀਗਲ ਕੀਤਾ ਗਿਆ? ਪੈਸਿਵ ਯੂਥਨੇਸ਼ੀਆ ਨੂੰ। ਸੋ ਪੈਸਿਵ ਯੂਥਨੇਸ਼ੀਆ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਲਾਈਫ ਸਪੋਰਟਿੰਗ ਸਿਸਟਮ 'ਤੇ ਪਰਸਨ ਹੁੰਦਾ ਹੈ ਉਹ ਲਾਈਫ ਸਪੋਰਟਿੰਗ ਸਿਸਟਮ ਨੂੰ ਹਟਾ ਦਿੰਦੇ ਆ। ਜਿਵੇਂ ਵੈਂਟੀਲੇਟਰ ਹੋ ਗਿਆ, ਆਰਟੀਫਿਸ਼ੀਅਲ ਨਿਊਟ੍ਰੀਸ਼ਨ ਕਿਸੇ ਪਰਸਨ ਨੂੰ ਦਿੱਤਾ ਜਾ ਰਿਹਾ ਹੈਗਾ, ਕੋਈ ਹੋਰ ਮੈਡੀਕਲ ਸਪੋਰਟ ਦਿੱਤੀ ਜਾ ਰਹੀ ਹੈ। ਸੋ ਉਹ ਸਿਸਟਮ ਨੂੰ ਹੌਲੀ ਹੌਲੀ ਜੋ ਹੈ ਹਟਾ ਦਿੰਦੇ ਆ ਤਾਂ ਕਿ ਜੋ ਪਰਸਨ ਹੈ ਉਹ ਰਾਈਟ ਟੂ ਡਾਈ ਉਹਨਾਂ ਨੂੰ ਮਿਲ ਸਕੇ ਵਿਦ ਡਿਗਨਿਟੀ। ਠੀਕ ਹੈ, ਤਾਂ ਅਲਟੀਮੇਟਲੀ ਕੀ ਹੋਊਗਾ? ਉਸ ਪਰਸਨ ਦੀ ਜੋ ਹੈ ਡੈਥ ਹੋ ਜੂਗੀ ਕੁਛ ਟਾਈਮ ਬਾਅਦ, ਐਟ ਦਾ ਮੋਮੈਂਟ ਨਹੀਂ ਹੋਊਗੀ। ਠੀਕ ਹੈ, ਅਗਰ ਮੰਨ ਲਓ ਕਿਸੇ ਨੂੰ ਆਰਟੀਫਿਸ਼ੀਅਲ ਨਿਊਟ੍ਰੀਸ਼ਨ ਦਿੱਤਾ ਜਾ ਰਿਹਾ ਹੈਗਾ ਤਾਂ
2 दिन 3 दिन ਉਹ ਸਰਵਾਈਵ ਕਰੂਗਾ, ਉਸ ਤੋਂ ਬਾਅਦ ਜੋ ਉਹਦੀ ਆਟੋਮੈਟਿਕਲੀ ਡੈਥ ਹੋ ਚੁੱਕੀ। ਠੀਕ ਹੈ ਜੀ, ਇਹ ਹੁੰਦਾ ਪੈਸਿਵ ਯੂਥਨੇਸ਼ੀਆ। ਸੋ ਕਾਫੀ ਇੰਪੋਰਟੈਂਟ ਨਿਊਜ਼ ਸੀਗੀ। ਕੁਐਸਚਨ ਆਉਣ ਦੇ ਕਾਫੀ ਚਾਂਸਸ ਹੈਗੇ ਆਪਣੇ ਐਗਜ਼ਾਮ ਦੇ ਵਿੱਚ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਰੂਪਕੁੰਡ ਲੇਕ। ਇਹ ਉੱਤਰਾਖੰਡ ਦੇ ਵਿੱਚ ਲੇਕ ਲਾਈ ਕਰਦੀ ਹੈ ਐਂਡ ਇਸ ਲੇਕ ਨੂੰ ਸਕੈਲਟਨ ਲੇਕ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਗਾ, ਕਿਉਂਕਿ ਇਸ ਲੇਕ ਦੇ ਵਿੱਚ ਹੰਡਰਡਸ ਆਫ ਹਿਊਮਨ ਸਕੈਲਟਨ ਪਾਏ ਜਾਂਦੇ ਨੇ ਜੋ ਕਿ ਡਿਫਰੈਂਟ ਟਾਈਮ ਪੀਰੀਅਡ ਤੋਂ ਬਿਲੋਂਗ ਕਰਦੇ ਨੇ। ਸੋ ਆਰਕੀਓਲੋਜਿਸਟ ਲਈ ਇਹ ਵਧੀਆ ਲੇਕ ਹੈਗੀ ਹੈ ਜੇ ਉਹ ਐਵੋਲਿਊਸ਼ਨ ਨੂੰ ਸਟੱਡੀ ਕਰਨਾ ਚਾਹੁੰਦੇ ਆ, ਹਿਊਮਨ ਹਿਸਟਰੀ ਨੂੰ ਸਟੱਡੀ ਕਰਨਾ ਚਾਹੁੰਦੇ ਆ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਇੰਟਰਨੈਸ਼ਨਲ ਯੋਗਾ ਡੇ। ਸੋ ਯੋਗਾ ਮਹੋਤਸਵ ਜੋ ਹੈ ਉਹ ਚਲਾਇਆ ਜਾ ਰਿਹਾ ਹੈਗਾ ਟੂ ਕੋਮੈਮੋਰੇਟ ਦੀ 100-day ਕਾਊਂਟਡਾਊਨ ਟੂ ਇੰਟਰਨੈਸ਼ਨਲ ਡੇ ਆਫ ਯੋਗਾ। ਇਸ ਨਿਊਜ਼ ਦੇ ਵਿੱਚ ਆਪਣੇ ਲਈ ਇੰਪੋਰਟੈਂਟ ਕੀ ਹੈਗਾ ਕਿ ਇੰਟਰਨੈਸ਼ਨਲ ਯੋਗਾ ਡੇ ਕਦੋਂ ਹੁੰਦਾ ਹੈਗਾ 21 ਆਫ ਜੂਨ ਨੂੰ। ਐਂਡ ਜੀਓਗ੍ਰਾਫੀ ਦੇ ਵਿੱਚ ਜੋ 21 ਆਫ ਜੂਨ ਹੈ ਕਾਫੀ ਇੰਪੋਰਟੈਂਟ ਡੇਟ ਹੁੰਦੀ ਹੈ ਕਿਉਂਕਿ ਲੌਂਗੈਸਟ ਡੇ ਹੁੰਦਾ ਹੈਗਾ ਈਅਰ ਦਾ ਐਂਡ ਇਹਨੂੰ ਆਪਾਂ ਸਮਰ ਸੋਲਸਟਿਸ ਦੇ ਨਾਮ ਤੋਂ ਵੀ ਜਾਣਦੇ ਆ। ਨੈਕਸਟ ਨਿਊਜ਼ ਇਜ਼ ਅਗੇਨ ਰਿਲੇਟਡ ਟੂ ਇੰਪੋਰਟੈਂਟ ਡੇ ਹੈਗਾ 14 ਆਫ ਮਾਰਚ। ਇਹਨੂੰ ਆਪਾਂ ਇੰਟਰਨੈਸ਼ਨਲ ਮੈਥਮੈਟਿਕਸ ਡੇ ਮਨਾਉਂਦੇ ਆ ਐਂਡ ਇਸ ਵਾਰ ਦੀ ਥੀਮ ਕੀ ਸੀਗੀ ਮੈਥਮੈਟਿਕਸ ਐਂਡ ਹੋਪ। ਐਂਡ 14 ਮਾਰਚ ਨੂੰ ਹੀ ਪਾਈ ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈਗਾ। ਠੀਕ ਹੈ, ਪਾਈ ਜੋ ਕਿ ਆਪਾਂ ਮੈਥਸ ਦੇ ਵਿੱਚ ਯੂਜ਼ ਕਰਦੇ ਹਾਂ, ਇਹਦੀ ਵੈਲਿਊ ਹੁੰਦੀ ਹੈ 22/7 ਜਾਂ ਫਿਰ ਇਹਨੂੰ ਆਪਾਂ 3.14 ਤੋਂ ਵੀ ਲਿਖ ਸਕਦੇ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਇਹ ਹੋ ਗਿਆ ਇੰਟਰਨੈਸ਼ਨਲ ਮੈਥਮੈਟਿਕਸ ਡੇ। ਇੱਕ ਆਪਣਾ ਇੰਡੀਆ ਦੇ ਵਿੱਚ ਆਪਾਂ ਨੈਸ਼ਨਲ ਮੈਥਮੈਟਿਕਸ ਡੇ ਵੀ ਸੈਲੀਬ੍ਰੇਟ ਕਰਦੇ ਹਾਂ। ਉਹ ਕਦੋਂ ਹੁੰਦਾ ਗਾ 22 ਦਸੰਬਰ ਨੂੰ। ਇਸੇ ਦਿਨ ਕਿਉਂ ਸੈਲੀਬ੍ਰੇਟ ਕਰਦੇ ਹਾਂ ਕਿਉਂਕਿ ਇਸ ਦਿਨ ਬਰਥ ਐਨੀਵਰਸਰੀ ਹੁੰਦੀ ਹੈ ਇੰਡੀਅਨ ਮੈਥਮੈਟੀਸ਼ੀਅਨ ਸ਼੍ਰੀਨਿਵਾਸ ਰਾਮਾਨੁਜਨ ਦੀ। ਸੋ ਦੋਨੋਂ ਇੰਪੋਰਟੈਂਟ ਹੈ, ਇੰਟਰਨੈਸ਼ਨਲ ਵੀ ਐਂਡ ਨੈਸ਼ਨਲ ਵੀ। ਨੈਕਸਟ ਅਗੇਨ 14 ਮਾਰਚ ਨੂੰ ਆਪਾਂ ਇੰਟਰਨੈਸ਼ਨਲ ਡੇ ਆਫ ਐਕਸ਼ਨ ਫॉर ਰਿਵਰਸ ਵੀ ਮਨਾਉਂਦੇ ਆ ਐਂਡ ਇਸ ਵਾਰ ਦੀ ਥੀਮ ਕੀ ਸੀਗੀ ਪ੍ਰੋਟੈਕਟ ਰਿਵਰਸ। ਪ੍ਰੋਟੈਕਟ ਰਿਵਰਸ ਆਏਗਾ ਇੱਥੇ, ਪ੍ਰੋਟੈਕਟ ਰਿਵਰਸ ਐਂਡ ਪ੍ਰੋਟੈਕਟ ਪੀਪਲ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਅ ਬੁੱਕ ਥਿਓ ਆਫ ਗੋਲਡਨ। ਬੁੱਕ ਦਾ ਨਾਮ ਹੈਗਾ, ਇਹਦੇ ਆਥਰ ਕੌਣ ਨੇ ਐਲਨ ਲੈਵੀ। ਠੀਕ ਹੈ ਜੀ, ਸੋ ਯਾਦ ਰੱਖਿਓ। ਨੈਕਸਟ ਇਜ਼ ਇੰਡੀਅਨ ਆਰਮੀ ਲਾਂਚਸ ਮੇਜਰ ਬ੍ਰਿਜ ਪ੍ਰੋਜੈਕਟ ਇਨ ਸ਼੍ਰੀਲੰਕਾ ਅੰਡਰ ਆਪਰੇਸ਼ਨ ਸਾਗਰ ਬੰਧੂ। ਠੀਕ ਹੈ ਜੀ, ਸੋ ਆਪਰੇਸ਼ਨ ਸਾਗਰ ਬੰਧੂ ਦੇ ਅੰਡਰ ਇੰਡੀਅਨ ਆਰਮੀ ਜੋ ਹੈ ਸ਼੍ਰੀਲੰਕਾ ਦੇ ਵਿੱਚ ਇੱਕ ਬ੍ਰਿਜ ਬਣਾ ਰਹੀ ਹੈ। ਠੀਕ ਹੈ ਜੀ, ਸਿੰਪਲ ਇੰਨਾ ਯਾਦ ਰੱਖਣਾ ਗਾ। ਨੈਕਸਟ ਇਜ਼ ਜੋਹਰ ਆਈ। ਇੰਪੋਰਟੈਂਟ ਨਿਊਜ਼ ਹੈਗੀ ਹੈ, ਜੋਹਰ ਆਈ ਜੋ ਹੈ GI ਟੈਗ ਇਹਨੂੰ ਮਿਲਿਆ ਹੋਇਆ ਕਿਹੜੀ ਸਟੇਟ ਦਾ, ਅਸਾਮ ਦਾ। ਠੀਕ ਹੈ ਜੀ, ਸੋ GI ਟੈਗ ਕਈ ਵਾਰ ਐਗਜ਼ਾਮ ਦੇ ਵਿੱਚ ਆ ਜਾਂਦੇ ਨੇ ਐਂਡ ਜੋਹਰ ਆਈਜ਼ ਨਿਊਜ਼ ਦੇ ਵਿੱਚ ਕਿਉਂ ਸੀਗਾ ਬਿਕੋਜ਼ ਇਹਦੀ ਜੋ ਕੰਸਾਈਨਮੈਂਟ ਹੈ ਉਹ ਲੰਡਨ ਜੋ ਹੈ ਭੇਜੀ ਜਾ ਰਹੀ ਹੈ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ। ਨੈਕਸਟ ਇਜ਼ ਐਨ ਐਕਸੀਡੈਂਟਲ ਲਾਇਰ। ਅਗੇਨ ਬੁੱਕ ਤੋਂ ਰਿਲੇਟਡ ਨਿਊਜ਼ ਹੈਗੀ ਆ। ਬੁੱਕ ਦਾ ਨਾਮ ਹੈਗਾ ਐਨ ਐਕਸੀਡੈਂਟਲ ਲਾਇਰ ਜੋ ਕਿ ਬਾਇਓਗ੍ਰਾਫੀ ਹੈਗੀ ਆ ਐਂਡ ਇਸ ਬੁੱਕ ਨੂੰ ਲਿਖਿਆ ਕਿੰਨੇ ਆ, ਇੱਕ ਤਾਂ ਜੋ ਅਟੋਰਨੀ ਜਨਰਲ ਆਫ ਇੰਡੀਆ ਸੀਗੇ ਪਹਿਲਾਂ ਕੇ ਵੈਨੂਗੋਪਾਲ। ਠੀਕ ਹੈ, ਇਹਨਾਂ ਦੀ ਬਾਇਓਗ੍ਰਾਫੀ ਹੈ ਐਂਡ ਇਹਨਾਂ ਦੇ ਨਾਲ ਕੋ-ਅਥਰਡ ਕੀਤਾ ਗਾ ਇਸ ਬੁੱਕ ਨੂੰ ਸੁਹਾਸਿਨੀ ਸੇਨ ਨੇ। ਠੀਕ ਹੈ ਜੀ, ਸੋ ਕਾਫੀ ਇੰਪੋਰਟੈਂਟ ਬੁੱਕ ਹੈਗੀ ਕਿਉਂਕਿ ਇੱਕ ਇੰਪੋਰਟੈਂਟ ਪਰਸਨੈਲਿਟੀ ਦੀ ਬਾਇਓਗ੍ਰਾਫੀ ਹੈਗੀ ਆ। ਨੈਕਸਟ ਇਜ਼ ਸੀਨੀਅਰ ਐਡਵੋਕੇਟ ਮੇਨਕਾ ਗੁਰੂਸਵਾਮੀ ਇਲੈਕਟਿਡ ਟੂ ਰਾਜ ਸਭਾ ਬਿਕਮਸ ਫਸਟ ਕੁਅਰ MP। ਠੀਕ ਹੈ ਜੀ, ਸੋ ਮੇਨਕਾ ਗੁਰੂਸਵਾਮੀ ਜੋ ਹੈ ਉਹ ਰਾਜ ਸਭਾ ਦੀ MP ਬਣੀ ਹੈ। ਇੰਪੋਰਟੈਂਟ ਆਪਣੇ ਲਈ ਕਿਉਂ ਹੈਗੀ ਹੈ ਬਿਕੋਜ਼ ਸ਼ੀ ਬਿਕੇਮ ਦੀ ਕੰਟਰੀਜ਼ ਫਸਟ ਮੈਂਬਰ ਫਰੋਮ LGBTQ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੈ। ਠੀਕ ਹੈ ਜੀ, ਐਂਡ ਇਸ ਕਮਿਊਨਿਟੀ ਤੋਂ ਬਿਲੋਂਗ ਕਰਨ ਵਾਲੇ ਫਸਟ ਪਰਸਨ ਬਣ ਗਏ ਹੈ ਜੋ ਕਿ ਰਾਜ ਸਭਾ ਦੇ ਵਿੱਚ ਆਪਣੇ MP ਬਣੇ ਨੇ, ਇਸ ਕਰਕੇ ਇੰਪੋਰਟੈਂਟ ਆਪਣੇ ਲਈ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਸਕੀਮ ਐਂਡ ਪੰਜਾਬ ਤੋਂ ਰਿਲੇਟਡ ਨਿਊਜ਼ ਹੈਗੀ, ਸੋ ਕਾਫੀ ਇੰਪੋਰਟੈਂਟ ਹੈਗੀ ਆ। ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ ਜੋ ਹੈ ਉਹ ਚਲਾਈ ਜਾ ਰਹੀ ਹੈ। ਸੋ ਪੰਜਾਬ ਨੇ ਰੀਸੈਂਟਲੀ ਆਪਣਾ ਬਜਟ ਪੇਸ਼ ਕੀਤਾ ਸੀਗਾ, ਉਹਦੇ ਬਾਰੇ ਥੋੜ੍ਹਾ ਆਪਾਂ ਹਾਈਲਾਈਟਸ ਦੇਖ ਲੈਂਦੇ ਹਾਂ। ਇਸੇ ਬਜਟ ਦੇ ਵਿੱਚ ਇਹ ਸਕੀਮ ਮੈਂਸ਼ਨ ਸੀਗੀ। ਸੋ ਪੰਜਾਬ ਫਾਈਨੈਂਸ ਮਿਨਿਸਟਰ ਜੋ ਕਿ ਕੌਣ ਨੇ, ਹਰਪਾਲ ਸਿੰਘ ਚੀਮਾ, ਇਹਨਾਂ ਨੇ ਸਟੇਟ ਬਜਟ ਪੇਸ਼ ਕੀਤਾ ਆਪਣਾ 2026-27 ਵਾਲਾ ਐਂਡ ਇਹਦੇ ਵਿੱਚ ਜੋ ਫਿਸਕਲ ਡੈਫਿਸਿਟ ਦਾ ਟਾਰਗੇਟ ਰੱਖਿਆ ਗਿਆ ਉਹ ਰੱਖਿਆ ਗਿਆ 4.08%। ਕਾਫੀ ਇੰਪੋਰਟੈਂਟ ਹੈਗਾ। ਵਿਦ ਦਾ ਅਫੈਕਟਿਵ ਰੈਵਨਿਊ ਡੈਫਿਸਿਟ ਪੈਕਡ ਐਟ 2.06। ਦੋਨੋਂ ਹੀ ਜੋ ਟਾਰਗੇਟਸ ਨੇ ਕਾਫੀ ਇੰਪੋਰਟੈਂਟ ਹੈ, ਐਗਜ਼ਾਮ ਦੇ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਜ਼ਰੂਰ ਪੁੱਛਿਆ ਜਾਊਗਾ। ਨੈਕਸਟ ਇਜ਼ GSDP ਯਾਨੀ ਕਿ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ is projected to reach 9,80,635 crore, marking a 10% growth rate। ਠੀਕ ਹੈ ਜੀ, ਸੋ ਜੋ ਪੰਜਾਬ ਦੀ ਸਟੇਟ GDP ਹੈਗੀ ਹੈ ਇਹਦੇ ਵਿੱਚ 10% ਦੀ ਗਰੋਥ ਰੇਟ ਵੇਖਣ ਨੂੰ ਮਿਲੂਗੀ, ਇੱਦਾਂ ਜੋ ਪ੍ਰੈਡਿਕਟ ਕੀਤਾ ਗਿਆ ਆਪਣੇ ਬਜਟ ਦੇ ਵਿੱਚ। ਇਸ ਤੋਂ ਬਾਅਦ ਆਪਣੀ ਸਕੀਮ 'ਤੇ ਆ ਜਾਂਦੇ ਹਾਂ। ਇਸ ਸਕੀਮ ਨੂੰ 9300 ਕਰੋੜ ਰੁਪਏ ਐਲੋਕੇਟ ਕੀਤੇ ਨੇ। ਸਕੀਮ ਦਾ ਨਾਮ ਕੀ ਹੈਗਾ, ਮੁੱਖ ਮੰਤਰੀ ਮਾਵਾਂ ਧੀਆਂ ਸਤਕਾਰ ਯੋਜਨਾ। ਇੱਕ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸਕੀਮ ਹੈ, ਯਾਨੀ ਕਿ ਜੋ ਬੈਨੀਫਿਸ਼ਰੀ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਡਾਇਰੈਕਟ ਜੋ ਹੈ ਪੈਸੇ ਪਾਏ ਜਾਣਗੇ। ਕਿੰਨੇ ਪੈਸੇ ਪਾਏ ਜਾਣਗੇ, 1000
ਹਰ ਮੰਥ 1000 ਜੋ ਹੈ ਐਲੀਜੀਬਲ ਵੂਮੈਨਸ ਨੂੰ ਦੇ ਅਕਾਊਂਟ 'ਚ ਜੋ ਹੈ ਪੈਸੇ ਪਾਏ ਜਾਣਗੇ। ਹੁਣ ਆਪਾਂ ਦੇਖ ਲੈਂਦੇ ਹਾਂ ਕਿ ਕੌਣ ਕੌਣ ਐਲੀਜੀਬਲ ਹੈਗਾ ਤੇ ਕੌਣ ਕੌਣ ਨਹੀਂ ਹੈਗਾ। ਸੋ ਤੁਹਾਨੂੰ ਦੇਖਦੇ ਕੌਣ ਐਲੀਜੀਬਲ ਨਹੀਂ ਹੈਗਾ। ਸੋ ਜੋ ਵੂਮੈਨਸ ਗवर्नमेंट एम्प्लॉई ਹੈ, ਜੋ ਇਨਕਮ ਟੈਕਸ ਪੇ ਕਰਦੇ ਹੈ, ਜਾਂ ਫਿਰ ਜੋ ਕਰੰਟ ਜਾਂ ਫਿਰ ਪਹਿਲਾਂ MP MLA ਰਹਿ ਚੁੱਕੇ ਉਹ ਐਲੀਜੀਬਲ ਨਹੀਂ ਹੋਣਗੇ। ਇਹਨਾਂ ਨੂੰ ਛੱਡ ਕੇ ਬਾਕੀ ਜਿੰਨੀ ਵੀ ਵੂਮੈਨਸ ਹੈਗੀਆਂ ਉਹਨਾਂ ਦੇ ਹਰ ਮੰਥ ਅਕਾਊਂਟ ਦੇ ਵਿੱਚ 1000 ਰੁਪਏ ਪਾਏ ਜਾਣਗੇ। ਐਂਡ ਜੋ ਵੂਮੈਨਸ ਸ਼ੈਡਿਊਲ ਕਾਸਟ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਉਹਨਾਂ ਦੇ ਅਕਾਊਂਟ ਦੇ ਵਿੱਚ 1500 ਰੁਪੀਜ਼ ਪਾਏ ਜਾਣਗੇ। नेक्स्ट इज वुमेन ऑलरेडी रिसीविंग सोशल सिक्योरिटी पेंशन। जो वुमेन्स ऑलरेडी पेंशन ले रही हैं, कोई ओल्ड एज पेंशन ले रही है, कोई विडो पेंशन ले रही है, कोई डिसेबिलिटी वाली पेंशन ले रही है, उन्होंने भी एलिजिबल किया गया, उन्होंने एडिशनली इन्ने पैसे पाए जाएंगे। ठीक है जी। उस तो बाद फाइनेंस मिनिस्टर एलोकेटेड 2000 करोड़ फॉर मुख्यमंत्री सेहत योजना। ठीक है जी। मुख्यमंत्री सेहत योजना जिहदे विच 10 लाख एनुअल हैल्थ कवर मिलूगा फैमिली नूं इलाज लई। ਉਹਦੇ ਲਈ 2000 ਕਰੋੜ ਦਾ ਐਲੋਕੇਸ਼ਨ ਰੱਖਿਆ ਗਿਆ ਬਜਟ ਦੇ ਵਿੱਚ। ਸੋ ਇਹਦਾ ਨਾਮ ਕੀ ਹੈਗਾ ਸਕੀਮ ਦਾ? ਮੁੱਖ ਮੰਤਰੀ ਸਿਹਤ ਯੋਜਨਾ। ਐਂਡ ਕਿੰਨਾ ਪੈਕੇਜ ਰੱਖਿਆ ਗਿਆ? 10 ਲੱਖ ਦਾ। ਠੀਕ ਹੈ ਜੀ, ਪਰ ਫੈਮਿਲੀ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਇਜ਼ ਪ੍ਰੋਫੈਸਰ ਹਰਮਨ ਕੁਲਕੇ। ਪਰਸਨੈਲਿਟੀ ਬੇਸਡ ਨਿਊਜ਼ ਹੈਗੀ ਆ। ਰਿਨਾਊਂਡ ਇੰਡੋਲੋਜਿਸਟ ਸੀਗੇ ਹੂ ਬਿਕੇਮ ਗਲੋਬਲ ਵੌਇਸ ਆਫ ਉੜੀਸਾ ਹਿਸਟਰੀ ਪਾਸਿਸ ਅਵੇ। ਸੋ ਰੀਸੈਂਟਲੀ ਇਹਨਾਂ ਦੀ ਡੈਥ ਹੋਈ ਹੈ। ਨਾਮ ਹੈਗਾ ਹਰਮਨ ਕੁਲਕੇ। ਠੀਕ ਹੈ ਜੀ। ਉੜੀਸਾ ਦੀ ਹਿਸਟਰੀ 'ਤੇ ਇਹਨਾਂ ਨੇ ਕਾਫੀ ਕੁਛ ਲਿਖਿਆ ਸੀਗਾ, ਕਾਫੀ ਕੁਛ ਰਿਸਰਚ ਕੀਤੀ ਸੀਗੀ। ਹਾਲਾਂਕਿ ਇੰਡੀਆ ਦੇ ਵਿੱਚ ਨਹੀਂ ਰਹਿੰਦੇ ਸੀਗੇ, ਜਰਮਨੀ ਦੇ ਵਿੱਚ ਰਹਿੰਦੇ ਸੀਗੇ। ਠੀਕ ਹੈ, ਬਟ ਇੰਡੀਆ ਦੇ ਵਿੱਚ ਇਹਨਾਂ ਨੇ ਕਾਫੀ ਲੰਬਾ ਸਟੇ ਕੀਤਾ। ਐਂਡ ਉਸੇ ਟਾਈਮ 'ਤੇ ਉੜੀਸਾ ਦੀ ਹਿਸਟਰੀ ਨੂੰ ਕਾਫੀ ਇਹਨਾਂ ਨੇ ਰਿਸਰਚ ਕਰਕੇ ਕਾਫੀ ਕੁਛ ਲਿਖਿਆ ਸੀਗਾ। ਐਂਡ ਰੀਸੈਂਟਲੀ ਇਹਨਾਂ ਦੀ ਡੈਥ ਹੋ ਗਈ ਹੈ। ਸੋ ਆਪਣੇ ਲਈ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਵੀ ਦਿੱਤਾ ਗਿਆ। ਠੀਕ ਹੈ ਜੀ, ਕਦੋਂ? 2010 ਦੇ ਵਿੱਚ। ਨੈਕਸਟ ਇਜ਼ ਮੈਟਾ ਲਾਈਫ ਟਾਈਮ ਅਚੀਵਮੈਂਟ ਅਵਾਰਡ 2026 ਅਨਾਊਂਸ ਹੋਏ ਨੇ। ਕਿਹਨਾਂ ਨੂੰ ਮਿਲੇਗਾ? ਵੈਟਰਨ ਐਕਟਰ ਐਂਡ ਡਾਇਰੈਕਟਰ ਅਮੋਲ ਪਾਲੇਕਰ ਨੂੰ ਅਵਾਰਡ ਦਿੱਤਾ ਗਿਆ। ਠੀਕ ਹੈ ਜੀ। ਐਂਡ ਇਹਦੀ ਫੁੱਲ ਫਾਰਮ ਕੀ ਹੈਗੀ ਮੈਟਾ ਦੀ? ਮਹਿੰਦਰਾ ਐਕਸੀਲੈਂਸ ਇਨ ਥੀਏਟਰਸ ਅਵਾਰਡ। ਇਹਦੀ ਫੁੱਲ ਫਾਰਮ ਵੀ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਨਿਊਜ਼ ਇਜ਼ ਨਿਊਜ਼ ਨੰਬਰ 14। ਯੂਨੀਅਨ ਕੈਬਨਿਟ ਅਪਰੂਵਡ ਇੰਟਰਨੈਸ਼ਨਲ ਸਟੇਟਸ ਫॉर ਮਦੁਰਾਈ 에ਅਰਪੋਰਟ। ਠੀਕ ਹੈ ਜੀ। ਮਦੁਰਾਈ 에ਅਰਪੋਰਟ ਜੋ ਕਿ ਤਮਿਲਨਾਡੂ ਦੇ ਵਿੱਚ ਲਾਈ ਕਰਦਾ ਗਾ। ਠੀਕ ਹੈ, ਇਹਨੂੰ ਇੰਟਰਨੈਸ਼ਨਲ ਸਟੇਟਸ ਜੋ ਹੈ ਪ੍ਰੋਵਾਈਡ ਕੀਤਾ ਗਿਆ। ਸੋ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਸਟੇਟ ਸਪੈਸੀਫਿਕ ਨਿਊਜ਼ ਹੈਗੀ ਹੈ। ਰਾਜਸਥਾਨ ਤੋਂ ਰਿਲੇਟਿਡ ਨਿਊਜ਼ ਹੈਗੀ ਆ। ਰਾਜਸਥਾਨ ਪਾਸਿਸ ਬਿਲ ਟੂ ਰਿਪੀਲ 2 ਚਾਈਲਡ ਨੋਮ ਫॉर ULB ਇਲੈਕਸ਼ਨ। ਸੋ ਕੋਈ ਵੀ ਪਰਸਨ ਜੋ ਅਰਬਨ ਲੋਕਲ ਬੋਡੀਜ਼ ਦੇ ਇਲੈਕਸ਼ਨ ਲੜਨਾ ਚਾਹੁੰਦਾ ਸੀਗਾ, ਕੋਈ ਪੰਚਾਇਤ ਦਾ ਇਲੈਕਸ਼ਨ ਹੋ ਗਿਆ, ਮਿਊਨਿਸਪੈਲਿਟੀ ਦਾ ਇਲੈਕਸ਼ਨ ਹੋ ਗਿਆ, ਤਾਂ ਉਹਦੇ ਲਈ ਕੰਡੀਸ਼ਨ ਸੀਗੀ ਕਿ 2 ਬੱਚੇ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਉਹ ਜਿਹੜਾ ਲੋ ਸੀਗਾ ਉਹਨੂੰ ਹੁਣ ਰਿਪੀਲ ਕਰਤਾ, ਖਤਮ ਕਰਤਾ ਰਾਜਸਥਾਨ ਗਵਰਨਮੈਂਟ ਨੇ। ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਰਿਲੇਟਿਡ ਟੂ ਖੇਲੋ ਇੰਡੀਆ ਵਿੰਟਰ ਗੇਮਸ 2026। ਇਹ ਵੀ ਆਪਣੇ ਲਈ ਇੰਪੋਰਟੈਂਟ ਨਿਊਜ਼ ਹੈਗੀ ਆ। ਸੋ ਗੇਮਸ ਕਿੱਥੇ ਹੋਸਟ ਹੋਏ ਸੀਗੇ? 2 ਸਿਟੀ ਦੇ ਵਿੱਚ, ਗੁਲਮਰਗ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਲਾਈ ਕਰਦੀ ਹੈ, ਐਂਡ ਲੇਹ ਜੋ ਕਿ ਲੱਦਾਖ ਦੇ ਵਿੱਚ ਹੈਗਾ। ਮਾਸਕੋਟ ਕੀ ਸੀਗਾ ਗੇਮ ਦਾ? ਸ਼ੀ ਨੇ ਸ਼ੀ, ਜਿਹਨੂੰ ਸ਼ਾਨ ਵੀ ਕਿਹਾ ਜਾਂਦਾ ਹੈਗਾ, ਇੱਕ ਸਨੋ ਲੈਪਰਡ ਜੋ ਕਿ ਵਲਨਰੇਬਲ ਕੈਟੇਗਰੀ ਦੇ ਵਿੱਚ ਆਉਂਦਾ ਗਾ। ਠੀਕ ਹੈ, ਇਹ ਮਾਸਕੋਟ ਰੱਖਿਆ ਗਿਆ ਸੀਗਾ। ਐਂਡ ਲੋਗੋ ਕੀ ਸੀਗਾ? ਲੋਗੋ ਫੀਚਰਸ ਦੀ ਇੰਡੀਅਨ ਟਰਾਈ ਕਲਰ ਵਿਦ ਅ ਧਰਮ ਚੱਕਰ ਐਟੋਪ ਹਿਲ ਟੌਪ ਇੰਸਪਾਇਰਡ ਬਾਈ ਸ਼ਾਂਤੀ ਸਤੂਪ ਇਨ ਲੇਹ। ਠੀਕ ਹੈ ਜੀ, ਇਹ ਆਪਣਾ ਲੋਗੋ ਰੱਖਿਆ ਗਿਆ ਸੀਗਾ। ਐਂਡ ਇਹਦੇ ਵਿੱਚ ਫਸਟ ਕੌਣ ਆਇਆ ਗਾ? ਇੰਡੀਅਨ ਆਰਮੀ। ਇੰਡੀਅਨ ਆਰਮੀ ਵੋਨ ਦਾ 6th ਐਡੀਸ਼ਨ ਆਫ ਖੇਲੋ ਇੰਡੀਆ ਵਿੰਟਰ ਗੇਮਸ ਵਿਦ ਅ ਟੋਟਲ ਆਫ 23 ਮੈਡਲਸ। ਮੈਡਲਸ ਯਾਦ ਨਹੀਂ ਰੱਖਣੇ। ਟੌਪ ਕਿਹਨੇ ਕੀਤਾ ਗਾ? ਇੰਡੀਅਨ ਆਰਮੀ ਨੇ। ਕਿੱਥੇ ਹੋਏ ਸੀਗੇ? ਗੁਲਮਰਗ ਐਂਡ ਲੇਹ ਦੇ ਵਿੱਚ। ਐਂਡ ਮਾਸਕਟ ਕੀ ਸੀਗਾ? ਇਹ ਤੁਸੀਂ ਯਾਦ ਰੱਖਣਾ। ਨੈਕਸਟ ਇਜ਼ ਨਿਵਾਡੋ ਓਜੋਸ ਡੈਲ ਸਲਾਡੋ। ਇੱਕ ਮਾਊਂਟੇਨ ਪੀਕ ਹੈਗੀ ਹੈ ਜੋ ਨਿਊਜ਼ ਦੇ ਵਿੱਚ ਸੀਗੀ, ਚਿਲੀ ਦੇ ਵਿੱਚ ਹੈਗੀ। ਨਿਊਜ਼ ਦੇ ਵਿੱਚ ਕਿਉਂ ਸੀਗੀ? ਕਿਉਂਕਿ ਇੱਕ ਇੰਡੀਅਨ ਪ੍ਰੋਫੈਸਰ ਹੈ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ ਇੱਕ ਪ੍ਰੋਫੈਸਰ ਨੇ ਜਿਹਦਾ ਨਾਮ ਹੈਗਾ ਅਰਪਿਤਾ ਪਾਤਰਾ। ਇਹਨਾਂ ਨੇ ਇਸ ਮਾਊਂਟੇਨ ਪੀਕ ਨੂੰ ਸਬਮਿਟ ਕੀਤਾ ਗਾ। ਐਂਡ ਇਹ ਜੋ ਮਾਊਂਟੇਨ ਪੀਕ ਹੈਗੀ ਹੈ, ਦਿਸ ਇਜ਼ ਦੀ ਹਾਈਐਸਟ ਵੋਲਕੈਨਿਕ ਪੀਕ ਇਨ ਦਾ ਵਰਲਡ ਐਂਡ ਹਾਈਐਸਟ ਮਾਊਂਟੇਨ ਇਨ ਚਿਲੀ। ਠੀਕ ਹੈ ਜੀ। ਚਿਲੀ ਜੋ ਕਿ ਸਾਊਥ ਅਮਰੀਕਨ ਕੰਟਰੀ ਹੈਗੀ ਹੈ, ਉਹਦੀ ਹਾਈਐਸਟ ਮਾਊਂਟੇਨ ਪੀਕ ਹੈਗੀ ਆ। ਐਂਡ ਵਰਲਡ ਦੀ ਹਾਈਐਸਟ ਵੋਲਕੈਨਿਕ ਪੀਕ ਵੀ ਹੈਗੀ ਆ। ਠੀਕ ਹੈ ਜੀ। ਐਂਡ ਸ਼ੀ ਬਿਕੇਮ ਦੀ 2nd ਇੰਡੀਅਨ ਵੂਮਨ ਟੂ ਅਚੀਵ ਦਿਸ ਫੀਟ। ਨੈਕਸਟ ਨਿਊਜ਼ ਨੰਬਰ 18। ਇੰਡੀਆ ਵਿਲ ਹੋਸਟ ਇੰਟਰਨੈਸ਼ਨਲ ਆਰਚਰੀ ਕੰਪੀਟੀਸ਼ਨ ਫॉर ਦੀ ਫਸਟ ਟਾਈਮ ਇਨ 22 ਈਅਰਸ। ਠੀਕ ਹੈ ਜੀ। ਸੋ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਆਰਚਰੀ ਕੀ ਹੁੰਦੀ? ਜੋ ਤੀਰਅੰਦਾਜ਼ੀ ਹੁੰਦੀ ਹੈ। ਸੋ ਇੰਟਰਨੈਸ਼ਨਲ ਆਰਚਰੀ ਕੰਪੀਟੀਸ਼ਨ ਹੋਸਟ ਹੋਣ ਜਾ ਰਿਹਾ ਹੈਗਾ 22 ਸਾਲਾਂ ਬਾਅਦ। ਠੀਕ ਹੈ ਜੀ। ਕਿੱਥੇ ਹੋਊਗਾ? ਦਿੱਲੀ ਦੇ ਵਿੱਚ ਹੋਊਗਾ। ਦਿੱਲੀ ਦੇ ਵਿੱਚ ਇਹਦੀ 2nd ਲੈਗ ਹੋਊਗੀ ਜੋ ਕਿ 2027 ਦੇ ਵਿੱਚ ਕੰਡਕਟ ਕੀਤੀ ਜਾਊਗੀ। ਐਂਡ ਇਹਦੀ ਜੋ ਫਸਟ ਫੇਜ਼ ਕਿ ਆਪਾਂ ਕਹਿ ਸਕਦੇ ਹਾਂ, ਫਸਟ ਫੇਜ਼ ਕਿੱਥੇ ਹੋਊਗਾ? ਬੈਂਕਾਕ, ਥਾਈਲੈਂਡ ਦੇ ਵਿੱਚ ਹੋਊਗਾ।
एंड अहमदाबाद विल होस्ट द एशियन पैरा आर्चरी चैंपीयनशिप इन सैप्टेंबर दिस ईयर एंड इसी साल अहमदाबाद ਦੇ ਵਿੱਚ ਏਸ਼ੀਅਨ ਪੈਰਾ ਆਰਚਰੀ ਚੈਂਪੀਅਨਸ਼ਿਪ ਵੀ ਹੋਣ ਜਾ ਰਹੀ ਹੈ, ਇਹ ਵੀ ਤੁਸੀਂ ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਇੰਪੋਰਟੈਂਟ ਡੇ। ਸੋ 12th ਆਫ ਮਾਰਚ ਨੂੰ ਵਰਲਡ ਕਿਡਨੀ ਡੇ ਮਨਾਇਆ ਜਾਂਦਾ ਹੈਗਾ ਐਂਡ ਵੈਸੇ ਜੋ ਵਰਲਡ ਕਿਡਨੀ ਡੇ ਹੈਗਾ ਉਹ ਮਾਰਚ ਦੇ ਵਿੱਚ ਐਵਰੀ ਸੈਕਿੰਡ ਥਰਸਡੇ ਨੂੰ ਮਨਾਇਆ ਜਾਂਦਾ ਹੈਗਾ, ਠੀਕ ਹੈ। ਇਸ ਵਾਰ ਜੋ ਸੈਕਿੰਡ ਥਰਸਡੇ ਸੀਗਾ ਉਹ 12 ਮਾਰਚ ਨੂੰ ਸੀਗਾ, ਇਸ ਕਰਕੇ ਇਸ ਵਾਰ ਦਾ ਜੋ ਕਿਡਨੀ ਡੇ ਮਨਾਇਆ ਜਾ ਰਿਹਾ ਉਹ 12 ਮਾਰਚ ਨੂੰ ਮਨਾਇਆ ਗਿਆ ਸੀਗਾ। ਨੈਕਸਟ ਇਜ਼ ਵਨ ਲਾਈਨਰ ਨਿਊਜ਼ ਹੈਗੀ ਆਪਣੇ ਕੋਲ ਕੁਛ। ਡਾਕਟਰ ਪਾਰਥਾ ਬਿਸਵਾਸ ਐਜ਼ਿਊਮਡ ਚਾਰਜ ਐਜ਼ ਮੈਂਬਰ ਆਫ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ। ਸੋ ਆਪਣਾ ਜੋ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਹੈਗਾ ਇਹਨਾਂ ਦੇ ਮੈਂਬਰ ਬਣਾਇਆ ਗਿਆ ਕਿਹਨਾਂ ਨੂੰ, ਡਾਕਟਰ ਪਾਰਥਾ ਬਿਸਵਾਸ ਨੂੰ। ਇਹ ਵੀ ਆਪਣੇ ਲਈ ਇੰਪੋਰਟੈਂਟ ਹੈ, ਬਸ ਇਸ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਜੋ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਹੈਗਾ ਇਹ ਕੌਨਸਟੀਟਿਊਸ਼ਨ ਦੇ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ। नेक्स्ट इज गुजरात लॉन्चेस लेक एंड एयर वॉच फॉर अर्बन एनवायरमेंटल मॉनिटरिंग, ठीक है जी। सो गुजरात गवर्नमेंट ने जो है लेक एंड एयर वॉच इनिशिएटिव स्टार्ट किया गा उतों के एनवायरमेंट को मॉनिटर करने लई। नैक्सट इज मॉक ड्रिल सागर कवच कंडक्टेड अलोंग माहे एंड केरला कोस्ट टू स्ट्रेंथन नैशनल सिक्योरिटी। सो सिंपल इन्ना याद रखियो कि सागर कवच कितने कंडक्ट किया गया, माहे एंड केरला कोस्ट ते टू स्ट्रेंथन नैशनल सिक्योरिटी, ठीक है जी। नैक्सट न्यूज़ इज रिलेटेड टू पोर्ट एंड ए पोर्ट पहला भी आप न्यूज़ के कवर कर चुके हैं, दैट इज़ वियो चिदम्बरनार पोर्ट। इनू पहला टूटीकोरिन पोर्ट के नाम तो जाना जाता सीगा। ये इंडिया की फर्स्ट पोर्ट बन गया जिन्हें डिजिटल ट्वीन इनिशिएटिव लॉन्च किया है, ठीक है जी। ये जो पोर्ट हैगी है इट इज़ वन ऑफ द पोर्ट वन ऑफ द 13 मेजर पोर्ट्स इन इंडिया, ठीक है जी। एंड एक आर्टिफिशियल पोर्ट हैगी, नैचुरल पोर्ट ये नहीं हैगी। हुण आपां देख लैंदे हैं कि डिजिटल ट्विन इनिशिएटिव की हैगा। सो डिजिटल ट्विन इज़ अ वर्चुअल रिप्रेजेंटेशन of a physical object or system that uses real-time data to accurately reflect its real-world counterpart behavior, performance and conditions। So basically ਕੀ ਹੁੰਦਾ ਹੈ डिजिटल ट्विन ਦੇ ਵਿੱਚ एक्चुअल प्रोजेक्ट बनाने तो पहला ਉਹਨੂੰ वर्चुअली रिप्रेजेंट करना ताकि आप वेख पाइए कि जो आप एक्चुअल प्रोजेक्ट बनाने जा रहे हैं ਉਹ ਫਿਜ਼ੀਬਲ ਹੈਗਾ ਜਾਂ ਨਹੀਂ ਹੈਗਾ, ਉਹਦੇ ਵਿੱਚ ਕੋਈ ਸਿਸਟਮ ਦੇ ਵਿੱਚ ਕੋਈ ਕਮੀ ਤਾਂ ਨਹੀਂ ਆਊਗੀ। ਸਪੋਜ਼ ਕਰੋ ਕਿਸੇ ਨੇ ਬ੍ਰਿਜ ਬਣਾਉਣਾ ਹੈ, ਉਹ ਫਿਜ਼ੀਕਲ ਬਣਾਉਣਾ ਹੈ, ਬਟ ਫਿਜ਼ੀਕਲ ਬਣਾਉਣ ਤੋਂ ਪਹਿਲਾਂ ਉਹਦੀ ਇੱਕ ਵਰਚੁਅਲ ਰਿਪਰੈਜ਼ੈਂਟੇਸ਼ਨ ਕਰ ਲੈਣਾ ਜਿਹਦੇ ਵਿੱਚ ਸਾਰਾ ਡਾਟਾ ਆਪਾਂ ਐਕੂਰੇਟਲੀ ਵੇਖ ਸਕਦੇ ਹਾਂ, ਇਹ ਵੇਖ ਸਕਦੇ ਹਾਂ ਕਿ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਅੱਗੇ। ਸੋ ਇੱਕ ਬੇਸਿਕਲੀ ਫਿਜ਼ੀਕਲ ਵਰਲਡ ਨੂੰ ਵਰਚੁਅਲ ਰਿਪਰੈਜ਼ੈਂਟੇਸ਼ਨ ਦੇਣਾ ਹੀ ਡਿਜੀਟਲ ਟਵਿਨ ਹੁੰਦਾ ਹੈ, ਠੀਕ ਹੈ ਜੀ। ਐਂਡ ਇਹਦੀ ਸ਼ੁਰੂਆਤ ਕਿਹਨੇ ਕੀਤੀ ਹੈ, ਚਿਦੰਬਰਨਾਰ ਪੋਰਟ ਨੇ। ਨੈਕਸਟ ਨਿਊਜ਼ ਇਜ਼ इंडिया बिल्ड्स फर्स्ट ऑटोनोमस मैरीटाइम शिप बिल्डिंग सेंटर। आंध्र प्रदेश ਦੇ ਵਿੱਚ ਜੋ ਹੈ ਇੰਡੀਆ ਦਾ ਪਹਿਲਾ ऑटोनोमस मैरीटाइम शिप बिल्डिंग सेंटर ਬਣਾਇਆ ਜਾ ਰਿਹਾ ਹੈਗਾ। ਸੋ ਇਹ ऑटोनोमस मैरीटाइम शिप बिल्डिंग सेंटर ਕੀ ਹੈਗਾ, ਇਹਦੇ ਵਿੱਚ ਜੋ ਸ਼ਿਪਸ ਦੇ ਜੋ ਪਾਰਟਸ ਹੈਗੇ ਫਿਰ ਜੋ ਸ਼ਿਪ ਬਣਾਈ ਜਾਊਗੀ ਉਹ ਰੋਬੋਟਸ ਦੁਆਰਾ ਬਣਾਏ ਜਾਣਗੇ। ऑटोनोमस ਦਾ ਮਤਲਬ ਕੀ ਹੈਗਾ, ਇਹਦੇ ਵਿੱਚ ਮੈਨੂਅਲ ਲੇਬਰ ਯੂਜ਼ ਨਹੀਂ ਹੋਊਗੀ, ਆਟੋਮੈਟਿਕਲੀ ਸਾਰਾ ਕੰਮ ਹੋਊਗਾ, ਠੀਕ ਹੈ ਜੀ। ਸੋ ਇਹ ਆਂਧਰ ਪ੍ਰਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਹੈਗਾ, ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਕਾਫੀ ਇੰਪੋਰਟੈਂਟ ਡੇ ਹੈਗਾ ਆਪਣੇ ਲਈ 15 ਮਾਰਚ, ਇਹਨੂੰ ਵਰਲਡ ਕੰਜ਼ਿਊਮਰ ਰਾਈਟ ਡੇ ਸੈਲੀਬ੍ਰੇਟ ਕਰਦੇ ਹਾਂ, ਠੀਕ ਹੈ ਜੀ। ਇਸ ਵਾਰ ਦੀ ਥੀਮ ਸੀਗੀ ਸੇਫ ਪ੍ਰੋਡਕਟਸ ਕੌਨਫੀਡੈਂਟ ਕੰਜ਼ਿਊਮਰਸ ਐਂਡ ਨੈਸ਼ਨਲ ਕੰਜ਼ਿਊਮਰ ਡੇ ਜੋ ਇੰਡੀਆ ਦੇ ਵਿੱਚ ਮਨਾਇਆ ਜਾਂਦਾ ਗਾ ਉਹ ਹੁੰਦਾ ਗਾ 24 ਦਸੰਬਰ ਨੂੰ। ਦੋਵੇਂ ਤੁਸੀਂ ਯਾਦ ਰੱਖਣੇ ਨੇ। ਐਂਡ 24 ਦਸੰਬਰ ਨੂੰ ਹੀ ਕਿਉਂ ਆਪਾਂ ਮਨਾਉਂਦੇ ਆ, ਕਿਉਂਕਿ ਇਸ ਦਿਨ ਆਪਣਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986 ਦੇ ਵਿੱਚ ਜੋ ਪਾਸ ਹੋਇਆ ਸੀਗਾ ਉਹ ਇਸ ਦਿਨ ਪ੍ਰੈਜ਼ੀਡੈਂਟ ਨੇ ਆਪਣੀ ਅਸੈਂਟ ਦਿੱਤੀ ਸੀਗੀ, ਮਤਲਬ ਕਿ ਇਹ ਜੋ ਬਿੱਲ ਸੀਗਾ ਪਾਸ ਹੋ ਕੇ ਐਕਟ ਬਣ ਗਿਆ ਸੀਗਾ, ਠੀਕ ਹੈ ਜੀ। ਸੋ ਨੈਕਸਟ ਇਜ਼ ਅਗੇਨ ਇੰਪੋਰਟੈਂਟ ਡੇ ਤੋਂ ਰਿਲੇਟਡ ਨਿਊਜ਼ ਹੈਗੀ ਆ 16 ਮਾਰਚ। 16 ਮਾਰਚ ਨੂੰ ਨੈਸ਼ਨਲ ਵੈਕਸੀਨੇਸ਼ਨ ਡੇ ਸੈਲੀਬ੍ਰੇਟ ਕੀਤਾ ਜਾਂਦਾ ਗਾ। ਇਸ ਵਾਰ ਦੀ ਥੀਮ ਸੀਗੀ ਇਮਿਊਨਾਈਜੇਸ਼ਨ ਫॉर ऑल इज़ ह्यूमनली पॉसिबल एंड वर्ल्ड इम्यूनाइजेशन डे आप कदों मनाते हैं 10 नवंबर को। सो जो दोनों मैं मैंशन किए हुए वो दोनों ही इंपॉर्टेंट है, वर्ल्ड वाला भी तो नैशनल वाला भी। नैक्सट न्यूज़ इज़ नगोरी पान मेथी रजिस्टर्ड एज कम्युनिटी फार्मर्स वैरायटी। सो प्रोटेक्शन ऑफ प्लांट वैरायटीज़ एंड फार्मर्स राइट अथॉरिटी यानी कि PPVFRA फॉर्मली डिजाइन ग्रांटेड अ पेटेंट टू नगोरी पान मेथी। सो बेसिकली है कि चीज़ जो तुसीं अपने घरां दे विच कसूरी मेथी सुनिया ही होगा, ओबवियसली सारे ने सुना होगा कसूरी मेथी का आप यूज़ करते हैं। सो ये जो कसूरी मेथी हैगी आ इनू एक ग्रास कंसिडर किया जाता सीगा एंड कोई भी परसन सीगा, कोई लोकल बिजनेसमैन हैगा वो इनू बिना किसी ब्रांड के बेच रहा सीगा।
ਸੋ ਇਹ ਜੋ ਕਸੂਰੀ ਮੇਥੀ ਹੈਗੀ ਆ ਇਹਨੂੰ ਹੁਣ ਪੇਟੈਂਟ ਦਿੱਤਾ, ਠੀਕ ਹੈ ਜੀ। ਐਂਡ ਇਹਦਾ ਨਾਮ ਕੀ ਹੈਗਾ ਐਕਚੁਅਲ ਦੇ ਵਿੱਚ ਨਗੋਰੀ ਪਾਨ ਮੇਥੀ। ਐਂਡ ਨਗੋਰੀ ਪਾਨ ਮੇਥੀ ਕਿਉਂ, ਬਿਕੋਜ਼ ਇਹ ਰਾਜਸਥਾਨ ਦੇ ਨਗੌਰ ਡਿਸਟ੍ਰਿਕਟ ਦੇ ਵਿੱਚ ਲਗਾਈ ਜਾਂਦੀ ਹੈ, ਠੀਕ ਹੈ ਜੀ। ਸੋ ਇੰਪੋਰਟੈਂਟ ਹੈ, ਯਾਦ ਰੱਖਿਓ, ਇਹਨੂੰ ਪੇਟੈਂਟ ਦਿੱਤਾ ਗਿਆ। ਸੋ ਹੁਣ ਫਾਰਮਰਸ ਨੂੰ ਜੋ ਹੈ ਇਹਦਾ ਬੈਨੀਫਿਟ ਮਿਲੂਗਾ, ਜੋ ਵੀ ਇਹਦੀ ਖਰੀਦ ਹੋਊਗੀ, ਠੀਕ ਹੈ, ਉਹਦੇ 'ਤੇ ਜੋ ਹੈ ਫਾਰਮਰਸ ਨੂੰ ਬੈਨੀਫਿਟ ਮਿਲੂਗਾ। ਐਂਡ ਇਹਦਾ ਜੋ ਵੀ ਯੂਜ਼ ਹੁੰਦਾ ਗਾ ਉਸ ਯੂਜ਼ ਤੋਂ ਜੋ ਬੈਨੀਫਿਟ ਡਰਾਈਵ ਕਰੂਗਾ ਪਰਸਨ, ਉਹਦਾ ਵੀ ਸ਼ੇਅਰ ਜੋ ਹੈ ਫਾਰਮਰ ਨੂੰ ਦੇਣਾ ਪਊਗਾ। ਸੋ ਇਹ ਕੁਝ ਫਾਇਦੇ ਹੁੰਦੇ ਪੇਟੈਂਟ ਦੇ। ਸਿੰਪਲ ਤੁਸੀਂ ਯਾਦ ਰੱਖਿਓ ਕਿ ਜੋ ਨਗੋਰੀ ਪਾਨ ਮੇਥੀ ਹੈਗੀ ਹੈ ਉਹ ਕਿਹੜੀ ਸਟੇਟ ਤੋਂ ਬਿਲੋਂਗ ਕਰਦੀ, ਦੈਟ ਇਜ਼ ਰਾਜਸਥਾਨ। ਨੈਕਸਟ ਨਿਊਜ਼ ਇਜ਼ ਐਸਟੇਰੋਇਡ 2024 YR4 ਨਿਊਜ਼ ਦੇ ਵਿੱਚ ਸੀਗਾ। ਇਹ ਹੈ ਕਿ ਚੀਜ਼ ਇਟ ਇਜ਼ ਅ ਨੀਅਰ ਅਰਥ ਓਬਜੈਕਟ ਕਲਾਸੀਫਾਈਡ ਐਜ਼ ਐਨ ਅਪੋਲੋ ਟਾਈਪ ਐਸਟੇਰੋਇਡ। ਅਪੋਲੋ ਟਾਈਪ ਐਸਟੇਰੋਇਡ ਕਿਹੜੇ ਹੁੰਦੇ ਆ, ਜੋ ਅਰਥ ਦੇ ਕੋਲੋਂ ਲੰਘ ਕੇ ਜਾਂਦੇ ਆ, ਉਹਨਾਂ ਨੂੰ ਆਪਾਂ ਅਪੋਲੋ ਟਾਈਪ ਐਸਟੇਰੋਇਡ ਕਹਿ ਦਿੰਦੇ ਆ, ਠੀਕ ਹੈ। ਜੋ 2024 YR4 ਸੀਗਾ ਉਹ ਵੀ ਇੱਕ ਅਪੋਲੋ ਟਾਈਪ ਐਸਟੇਰੋਇਡ ਸੀਗਾ। ਸੋ ਪਹਿਲਾਂ ਕਿਹਾ ਕੀ ਜਾ ਰਿਹਾ ਸੀਗਾ ਕਿ ਇਹ ਜੋ ਐਸਟੇਰੋਇਡ ਹੈਗਾ ਉਹ ਮੂਨ 'ਤੇ ਲੈਂਡ ਕਰ ਸਕਦਾ ਗਾ, ਮੂਨ ਨੂੰ ਹਿੱਟ ਕਰ ਸਕਦਾ ਗਾ 2032 ਦੇ ਵਿੱਚ। ਬਟ ਰੀਸੈਂਟਲੀ ਨਾਸਾ ਨੇ ਇਸ ਸਟੇਟਮੈਂਟ ਨੂੰ ਰੂਲ ਆਊਟ ਕਰਤਾ ਵੀ ਇਹੋ ਜਿਹਾ ਕੁਝ ਵੀ ਨਹੀਂ ਹੋਊਗਾ, ਠੀਕ ਹੈ ਜੀ। ਇਹ ਜੋ ਲਗਾਈ ਜਾ ਰਹੀ ਸੀਗੀ, ਅਨੁਮਾਨ ਲਗਾਇਆ ਜਾ ਰਿਹਾ ਸੀਗਾ ਕਿ 2032 ਦੇ ਵਿੱਚ ਇਹ ਆਪਣੇ ਮੂਨ ਨੂੰ ਜੋ ਹੈ ਅਟੈਕ ਕਰੂਗਾ, ਬਟ ਇਹੋ ਜਿਹਾ ਕੁਝ ਵੀ ਨਹੀਂ ਹੋਣ ਵਾਲਾ, ਇਹ ਨਾਸਾ ਨੇ ਕਲੈਰੀਫਾਈ ਕੀਤਾ, ਇਸ ਕਰਕੇ ਨਿਊਜ਼ ਦੇ ਵਿੱਚ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਅਫੈਕਟ ਮੈਂਸ਼ਨ ਸੀਗਾ ਯਾਰਕੋਸਕੀ ਅਫੈਕਟ, ਇਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਸਾਇੰਟਿਸਟ ਬਿਲੀਵ ਇਟ ਵਾਜ਼ ਨੱਜ ਟੂਵਰਡਸ ਅਰਥ ਬਾय द ਯਾਰਕੋਸਕੀ ਅਫੈਕਟ ਵੇਅਰ ਅਨਈਵਨ ਹੀਟਿੰਗ ਫਰੋਮ ਦ ਸਨ ਐਕਟ ਐਜ਼ ਅ ਮਿਨੀ ਥਰਸਟਰ ਗ੍ਰੈਜੂਅਲੀ ਸ਼ਿਫਟਿੰਗ ਇਟਸ ਔਰਬਿਟ ਔਰ ਮਿਲੀਅਨਸ ਆਫ ਈਅਰਸ। ਸੋ ਯਾਰਕੋਸਕੀ ਅਫੈਕਟ ਕੀ ਹੁੰਦਾ ਹੈ, ਇਹਦੇ ਵਿੱਚ ਕੀ ਹੁੰਦਾ ਹੈ ਕਿ ਜੋ ਨੀਅਰ ਅਰਥ ਓਬਜੈਕਟਸ ਹੈਗੇ ਨੇ ਬੇਸਿਕਲੀ ਉਹ ਅਰਥ ਦੇ ਕੋਲ ਆਉਂਦੇ ਹੈ ਅਨਈਵਨ ਹੀਟਿੰਗ ਕਰਕੇ ਸਨ ਦੀ, ਠੀਕ ਹੈ ਜੀ। ਸਨ ਜੋ ਹੈ ਉਹਦੀ ਅਨਈਵਨ ਹੀਟਿੰਗ ਹੁੰਦੀ ਹੈ, ਕਦੇ ਉਹ ਦੂਰ ਹੁੰਦਾ ਕਦੇ ਕੋਲ ਹੁੰਦਾ, ਤਾਂ ਇਸ ਕਰਕੇ ਅਨਈਵਨ ਹੀਟਿੰਗ ਹੁੰਦੀ ਹੈ, ਤਾਂ ਔਰਬਿਟ ਜੋ ਹੁੰਦਾ ਐਸਟਰੋਇਡਸ ਦਾ ਉਹ ਚੇਂਜ ਹੋ ਜਾਂਦਾ ਹੈ। ਇਸੇ ਕਰਕੇ ਜੋ ਓਬਜੈਕਟਸ ਨੇ ਉਹ ਅਰਥ ਦੇ ਕੋਲ ਆਉਂਦੇ, ਇਹਨੂੰ ਆਪਾਂ ਯਾਰਕੋਸਕੀ ਅਫੈਕਟ ਕਹਿ ਦਿੰਦੇ, ਠੀਕ ਹੈ, ਇਹ ਯਾਦ ਰੱਖਿਓ। ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਸਟੇਟ। So Union Minister Sonowal approves renovation of historic Baskul Bridge at Shama Prasad Mukherjee Port in Calcutta. So ਕੋਲਕਾਤਾ ਦੇ ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਪੋਰਟ ਤੇ ਜੋ ਇੱਕ ਬੈਸਕੁਲ ਬ੍ਰਿਜ ਬਣਾਇਆ ਜਾ ਰਿਹਾ ਹੈਗਾ, ਇਹਦੀ ਰੈਨੋਵੇਸ਼ਨ ਦੀ ਗੱਲ ਜੋ ਹੈ ਕੀਤੀ ਹੈ, ਠੀਕ ਹੈ ਜੀ। ਬੈਸਕੁਲ ਬ੍ਰਿਜ ਕਿਹੜਾ ਹੁੰਦਾ, ਇਸ ਟਾਈਪ ਦਾ ਜੋ ਓਪਨ ਹੋ ਜਾਂਦਾ ਹੈ, ਠੀਕ ਹੈ, ਇਹਨੂੰ ਆਪਾਂ ਬੈਸਕੁਲ ਬ੍ਰਿਜ ਕਹਿੰਦੇ ਆ, ਸਿੰਪਲੀ ਯਾਦ ਰੱਖਿਓ। ਨੈਕਸਟ ਇਜ਼ ਭਾਰਤ ਟੈਕਸ। भारत टैक्स बारे आप देख लेने। इट इज़ एन इंडस्ट्री लैड इनिशिएटिव ऑर्गेनाइज्ड बाय भारत टैक्स ट्रेड फेडरेशन यानी कि BTTF एंड इट इज़ एक्सपेक्टेड टू बिकम वन ऑफ द लार्जेस्ट इंटीग्रेटेड टेक्सटाइल फेयर इन द वर्ल्ड। The event will held from July 14 to July 17 ਨਿਊ ਦਿੱਲੀ। ਸੋ ਜੁਲਾਈ ਦੇ ਵਿੱਚ ਨਿਊ ਦਿੱਲੀ ਦੇ ਵਿੱਚ ਵਰਲਡ ਦਾ ਲਾਰਜੈਸਟ ਇੰਟੀਗ੍ਰੇਟਿਡ ਟੈਕਸਟਾਈਲ ਫੇਅਰ ਹੋਣ ਜਾ ਰਿਹਾ ਹੈਗਾ, ਠੀਕ ਹੈ ਜੀ। ਇਸੇ ਫੇਅਰ ਦਾ ਨਾਮ ਰੱਖਿਆ ਗਿਆ ਭਾਰਤ ਟੈਕਸ ਐਂਡ ਇਹਨੂੰ ਔਰਗੇਨਾਈਜ਼ ਕੌਣ ਕਰ ਰਿਹਾ ਹੈਗਾ, BTTF, ਇਹ ਯਾਦ ਰੱਖਿਓ। ਨੈਕਸਟ ਨਿਊਜ਼ ਇਜ਼ ਅਗੇਨ ਸਪੇਸ ਰਿਲੇਟਿਡ ਨਿਊਜ਼ ਹੈਗੀ ਆ। ਵੈਨ ਐਲਨ ਸਪੇਸਕ੍ਰਾਫਟ ਆਫ ਨਾਸਾ ਵਿਲ ਕ੍ਰੈਸ਼ ਬੈਕ ਇਨਟੂ ਅਰਥ। ਸੋ ਵੈਨ ਐਲਨ ਸਪੇਸਕ੍ਰਾਫਟ ਜੋ ਕਿ 2012 ਦੇ ਵਿੱਚ ਨਾਸਾ ਨੇ ਲਾਂਚ ਕੀਤਾ ਸੀਗਾ, ਲਾਂਚ ਕਰਨ ਦਾ ਪਰਪਸ ਸੀਗਾ ਕਿ ਆਪਣੀ ਜੋ ਵੈਨ ਐਲਨ ਜੋ ਰੇਡੀਏਸ਼ਨ ਬੈਲਟਸ ਹੈਗੀਆਂ ਨੇ, ਤੁਸੀਂ ਜਿਓਗ੍ਰਾਫੀ ਦੇ ਵਿੱਚ ਪੜ੍ਹਦੇ ਹੋਗੇ, ਜੋ ਰੇਡੀਏਸ਼ਨ ਬੈਲਟਸ ਜੋ ਆਪਣੇ ਐਗਜ਼ੋਸਫੇਅਰ ਤੋਂ ਬਾਹਰ ਲਾਈ ਕਰਦੀਆਂ ਨੇ, ਉਹਨਾਂ ਨੂੰ ਸਟੱਡੀ ਕਰਨ ਲਈ ਸਪੇਸਕ੍ਰਾਫਟ ਨੂੰ ਲਾਂਚ ਕੀਤਾ ਗਿਆ ਸੀਗਾ ਐਂਡ ਇਹ ਵਾਪਸ ਜੋ ਹੈ ਅਰਥ ਦੇ ਵਿੱਚ ਆ ਰਿਹਾ ਹੈਗਾ, ਠੀਕ ਹੈ ਜੀ। ਸੋ ਸਿੰਪਲੀ ਯਾਦ ਰੱਖਿਓ ਕਿ ਜੋ ਵੈਨ ਐਲਨ ਸਪੇਸਕ੍ਰਾਫਟ ਹੈ ਇਹਦਾ ਪਰਪਸ ਕੀ ਸੀਗਾ ਐਂਡ ਕਿਹੜੀ ਸਪੇਸ ਏਜੰਸੀ ਨੇ ਇਹਨੂੰ ਲਾਂਚ ਕੀਤਾ ਸੀਗਾ, ਨਾਸਾ ਨੇ ਲਾਂਚ ਕੀਤਾ ਸੀਗਾ 2012 ਦੇ ਵਿੱਚ। ਨੈਕਸਟ ਇਜ਼ ਕਾਫੀ ਇੰਪੋਰਟੈਂਟ ਨਿਊਜ਼ ਆਪਣੇ ਲਈ, ਫਿਜ਼ੀਕਲ ਹੈਲਥ ਇੰਡੈਕਸ 2026 ਰਿਲੀਜ਼ ਕੀਤਾ। ਕਿਹਨੇ ਕੀਤਾ, ਸਭ ਤੋਂ ਪਹਿਲਾਂ ਇੰਪੋਰਟੈਂਟ ਨੀਤੀ ਆਯੋਗ ਨੇ। ਉਸ ਤੋਂ ਬਾਅਦ ਇਹਦੇ ਕੀ ਹਾਈਲਾਈਟਸ ਆਪਾਂ ਦੇਖ ਲੈਂਦੇ ਹਾਂ। ਇਹਦੇ ਵਿੱਚ ਮੇਜਰ 4 ਕੈਟਾਗਰੀਜ਼ ਦੇ ਵਿੱਚ ਸਟੇਟ ਨੂੰ ਡਿਵਾਈਡ ਕੀਤਾ ਜਾਂਦਾ ਗਾ। ਸੋ ਲਾਰਜ ਸਟੇਟ ਕੈਟਾਗਰੀ ਦੇ ਵਿੱਚ ਅਚੀਵਰ ਸਟੇਟਸ ਕਿਹੜੀ ਬਣੀਆਂ, ਉੜੀਸਾ, ਗੋਆ, ਝਾਰਖੰਡ। ਅਚੀਵਰ ਸਟੇਟਸ ਉਹ ਹੈਗੀਆਂ ਜਿਨ੍ਹਾਂ ਦਾ ਜੋ ਫਿਜ਼ੀਕਲ ਹੈਲਥ ਆ ਬਹੁਤ ਵਧੀਆ। ਫਿਜ਼ੀਕਲ ਹੈਲਥ ਦਾ ਮਤਲਬ ਕੀ ਹੈਗਾ ਕਿ ਇਹਨਾਂ ਦਾ ਰੈਵਨਿਊ ਜ਼ਿਆਦਾ ਹੈ, ਐਕਸਪੈਂਡੀਚਰ ਘੱਟ ਹੈ, ਠੀਕ ਹੈ, ਪੈਸਾ ਜ਼ਿਆਦਾ ਆ ਰਿਹਾ ਹੈਗਾ, ਖਰਚਾ ਘੱਟ ਹੋ ਰਿਹਾ ਹੈਗਾ। ਸੋ ਇਹਨਾਂ ਦਾ ਜੋ ਫਿਜ਼ੀਕਲ ਹੈਲਥ ਆ ਬਹੁਤ ਜ਼ਿਆਦਾ ਸਾਊਂਡ ਹੈ, ਉਹ ਅਚੀਵਰ ਕੈਟੇਗਰੀ ਦੇ ਵਿੱਚ ਹੈਗੀ ਆ। ਫਰੰਟ ਰਨਰ ਹੈਗੇ ਆ ਗੁਜਰਾਤ, ਮਹਾਰਾਸ਼ਟਰ ਐਂਡ ਛੱਤੀਸਗੜ੍ਹ।
ਜੋ ਅਚੀਵਰ ਦਾ ਥੋੜਾ ਘੱਟ ਹੈਗੀ ਇਹਨਾਂ ਦੀ ਫਾਈਨੈਂਸ਼ੀਅਲ ਹੈਲਥ। ਉਸ ਤੋਂ ਬਾਅਦ ਪਰਫਾਰਮਰ ਦੇ ਵਿੱਚ ਮੱਧ ਪ੍ਰਦੇਸ਼, ਹਰਿਆਣਾ, ਬਿਹਾਰ ਐਂਡ ਲਾਸਟ ਦੇ ਵਿੱਚ ਆਉਂਦੀ ਹੈ ਐਸਪੀਰੇਸ਼ਨਲ ਦੇ ਵਿੱਚ ਆਊਗੀ ਕੇਰਲਾ, ਵੈਸਟ ਬੰਗਾਲ, ਆਂਧਰਾ ਪ੍ਰਦੇਸ਼ ਐਂਡ ਪੰਜਾਬ। ਸੋ ਪੰਜਾਬ ਯਾਦ ਰੱਖਣਾ ਹੈ ਕਿ ਕਿਹੜੀ ਕੈਟਾਗਰੀ ਦੇ ਵਿੱਚ ਆਇਆ, ਐਸਪੀਰੇਸ਼ਨਲ। ਇਹ ਐਸਪੀਰੇਸ਼ਨਲ ਕੈਟਾਗਰੀ ਉਹ ਹੈਗੀ ਹੈ ਜਿਨ੍ਹਾਂ ਦੀ ਫਿਜ਼ੀਕਲ ਹੈਲਥ ਬਹੁਤ ਮਾੜੀ ਹੁੰਦੀ ਹੈ, ਜਿਨ੍ਹਾਂ ਦਾ ਖਰਚਾ ਹੋ ਰਿਹਾ ਹੈਗਾ, ਜੋ ਸਰਕਾਰ ਹੈ ਉਸ 'ਤੇ ਜੋ ਹੈ ਕਰਜ਼ ਵੱਧ ਰਿਹਾ ਹੈਗਾ, ਰੈਵਨਿਊ ਨਹੀਂ ਆ ਰਿਹਾ ਹੈਗਾ, ਠੀਕ ਹੈ ਜੀ। ਸੋ ਪੰਜਾਬ ਆਪਣਾ ਐਸਪੀਰੇਸ਼ਨਲ ਕੈਟਾਗਰੀ ਦੇ ਵਿੱਚ ਰੱਖਿਆ ਗਿਆ, ਲਾਰਜ ਸਟੇਟ ਕੈਟਾਗਰੀਜ਼ ਦੇ ਵਿੱਚ। ਇਸ ਤੋਂ ਬਾਅਦ ਇੱਕ ਕੈਟਾਗਰੀ ਹੁੰਦੀ ਹੈ ਨਾਰਥ ਈਸਟ ਐਂਡ ਹਿਮਾਲਯਨ ਸਟੇਟ ਦੀ। ਇਹਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਐਚੀਵਰ ਕੈਟਾਗਰੀ ਦੇ ਵਿੱਚ ਆਪਣੇ ਆਣਗੇ ਅਰੁਣਾਚਲ ਪ੍ਰਦੇਸ਼ ਐਂਡ ਉੱਤਰਾਖੰਡ। ਪਰਫਾਰਮਰ ਦੇ ਵਿੱਚ ਆਣਗੇ ਅਸਾਮ, ਮੇਘਾਲਿਆ ਐਂਡ ਮਿਜ਼ੋਰਮ ਐਂਡ ਐਸਪੀਰੇਸ਼ਨਲ ਦੇ ਵਿੱਚ ਹਿਮਾਚਲ ਪ੍ਰਦੇਸ਼, ਮਨੀਪੁਰ ਐਂਡ ਨਾਗਾਲੈਂਡ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਜਿਹੜਾ ਇੰਡੈਕਸ ਹੈਗਾ ਫਿਜ਼ੀਕਲ ਹੈਲਥ ਇੰਡੈਕਸ, ਇਹਦੇ ਵਿੱਚ 5 ਕੀ ਪਿਲਰਸ ਦਾ ਯੂਜ਼ ਕਰਦੇ ਆ ਟੂ ਮੈਜ਼ਰ ਦੀ ਫਿਜ਼ੀਕਲ ਹੈਲਥ। ਉਹ ਪਿਲਰਸ ਕਿਹੜੇ ਨੇ? ਫਸਟ ਇਜ਼ ਕੁਆਲਿਟੀ ਆਫ ਐਕਸਪੈਂਡੀਚਰ, ਜੋ ਐਕਸਪੈਂਡੀਚਰ ਕੀਤਾ ਜਾ ਰਿਹਾ ਹੈਗਾ ਉਹਦੀ ਕੁਆਲਿਟੀ ਵੇਖੀ ਜਾਂਦੀ ਹੈ ਕਿ ਉਹ ਕੋਈ ਐਕਸਟਰਾ ਖਰਚਾ ਜਿਵੇਂ ਫ੍ਰੀ ਬੀਜ਼ ਹੈਗੀਆਂ ਉਹਨਾਂ 'ਤੇ ਖਰਚਾ ਤਾਂ ਨਹੀਂ ਹੋ ਰਿਹਾ। ਰੈਵਨਿਊ ਮੋਬਿਲਾਈਜੇਸ਼ਨ, ਕਿੰਨਾ ਰੈਵਨਿਊ ਆ ਰਿਹਾ ਹੈਗਾ। ਫਿਜ਼ੀਕਲ ਪ੍ਰੂਡੈਂਸ ਕਿਆ ਮਤਲਬ ਕਿ ਫਿਜ਼ੀਕਲ ਵਾਈਜ਼ ਕੀ ਹੈਗਾ ਕਿ ਆਪਾਂ ਬੇਫਿਜ਼ੂਲ ਖਰਚਾ ਤਾਂ ਨਹੀਂ ਹੋ ਰਿਹਾ ਹੈਗਾ, ਠੀਕ ਹੈ ਜੀ। ਡੈਟ ਇੰਡੈਕਸ ਕਿੰਨਾ ਹੈਗਾ ਐਂਡ ਡੈਟ ਸਸਟੇਨੇਬਿਲਿਟੀ ਕਿੰਨੀ ਹੈਗੀ। 5 ਪਿਲਰਸ ਦਾ ਜੋ ਹੈ ਯੂਜ਼ ਕਰਕੇ ਫਿਜ਼ੀਕਲ ਹੈਲਥ ਇੰਡੈਕਸ ਕੱਢਿਆ ਜਾਂਦਾ ਹੈਗਾ। ਕੌਣ ਕੱਢਦਾ? ਨੀਤੀ ਆਯੋਗ। ਸੋ ਇੰਪੋਰਟੈਂਟ ਹੈ ਕਾਫੀ, ਨਿਊਜ਼ ਦੇ ਵਿੱਚ ਇਹਦਾ ਯਾਦ ਰੱਖਿਓ। ਉਸ ਤੋਂ ਬਾਅਦ ਨੈਕਸਟ ਨਿਊਜ਼ ਇਜ਼ ਰਿਲੇਟਡ ਟੂ ਡੈਵੋਨ ਆਈਲੈਂਡ। ਡੈਵੋਨ ਆਈਲੈਂਡ ਦੀ ਸਭ ਤੋਂ ਪਹਿਲਾਂ ਲੋਕੇਸ਼ਨ ਵੇਖ ਲਓ। ਇਹ ਆਪਣਾ ਕੈਨੇਡਾ ਹੈਗਾ, ਇਹ ਬੈਫਿਨ ਬੇ ਹੈਗਾ, ਇਹ ਗ੍ਰੀਨਲੈਂਡ ਹੈਗਾ। ਇੱਥੇ ਡੈਵੋਨ ਆਈਲੈਂਡ ਲਾਈ ਕਰਦਾ ਗਾ। ਹੁਣ ਦੇਖ ਲੈਂਦੇ ਨਿਊਜ਼ ਦੇ ਵਿੱਚ ਕਿਉਂ ਸੀਗਾ। ਸੋ ਨਾਸਾ ਯੂਜ਼ਸ ਡੈਵੋਨ ਆਈਲੈਂਡ ਟੂ ਸਟੱਡੀ ਮਾਰਸ primarily because it is barren and it is freezing polar desert condition allows researchers to test next generation rovers। so NASA ਜੋ ਹੈ ਇਸ ਆਈਲੈਂਡ ਨੂੰ ਯੂਜ਼ ਕਰ ਰਿਹਾ ਹੈਗਾ ਟੂ ਸਟੱਡੀ ਦੀ ਮਾਰਸ, ਕਿਉਂਕਿ ਇੱਥੇ ਉਹ ਕੰਡੀਸ਼ਨਸ ਹੈਗੀਆਂ ਜੋ ਕਿ ਮਾਰਸ ਦੇ ਵਿੱਚ ਲਾਈ ਕਰਦੀਆਂ ਨੇ, ਠੀਕ ਹੈ। ਐਂਡ ਇੱਥੇ ਜੋ ਰਿਸਰਚਰਸ ਨੇ ਫਿਊਚਰ ਦੇ ਵਿੱਚ ਜੇ ਜੋ ਸਾਇੰਟਿਸਟ ਹੈਗੇ ਆ ਕੋਈ ਰੋਵਰਸ ਭੇਜਣਾ ਚਾਹੁੰਦੇ ਆ ਮਾਰਸ 'ਤੇ ਸਟੱਡੀ ਲਈ, ਤਾਂ ਉਹਨਾਂ ਦੀ ਸਟੱਡੀ ਪਹਿਲਾਂ ਇਸ ਆਈਲੈਂਡ 'ਤੇ ਹੋ ਸਕਦੀ ਹੈ, ਉਹਨਾਂ ਦੀ ਫਿਜ਼ੀਬਿਲਿਟੀ ਦੇਖੀ ਜਾ ਸਕਦੀ ਹੈ, ਬਿਕੋਜ਼ ਜੋ ਕੰਡੀਸ਼ਨ ਹੈਗੀ ਇਸ ਆਈਲੈਂਡ 'ਤੇ ਉਹ ਬਿਲਕੁਲ ਸੇਮ ਹੈਗੀ ਆ ਜਿਵੇਂ ਮਾਰਸ 'ਤੇ ਹੈਗੀ ਆ, ਠੀਕ ਹੈ ਜੀ। ਐਂਡ ਇਹ ਵਰਲਡ ਦਾ ਲਾਰਜੈਸਟ ਅਨਇਨਹੈਬਿਟਡ ਆਈਲੈਂਡ ਵੀ ਹੈਗਾ, ਮਤਲਬ ਕਿ ਇੱਥੇ ਕੋਈ ਵੀ ਨਹੀਂ ਰਹਿੰਦਾ ਗਾ। ਨੈਕਸਟ ਇਜ਼ ਅਗੇਨ ਸਪੇਸ ਤੋਂ ਰਿਲੇਟਡ ਨਿਊਜ਼ ਹੈਗੀ ਆ। ਆਰਟੇਮਿਸ 2 ਮੂਨ ਰੋਕੇਟ ਬਾਈ ਨਾਸਾ ਇਜ਼ ਸੈਟ ਟੂ ਲਾਂਚ ਇਨ ਅਪ੍ਰੈਲ, ਠੀਕ ਹੈ ਜੀ। ਸੋ ਆਰਟੇਮਿਸ 2 ਮਿਸ਼ਨ ਕਿਹਦਾ ਹੈਗਾ? ਨਾਸਾ ਦਾ, ਠੀਕ ਹੈ। ਕਿੱਥੇ ਜਾ ਰਿਹਾ ਹੈਗਾ? ਮੂਨ 'ਤੇ ਜਾ ਰਿਹਾ ਹੈਗਾ, ਮੂਨ ਨੂੰ ਸਟੱਡੀ ਕਰਨ ਲਈ ਜਾ ਰਿਹਾ ਹੈਗਾ, ਸਿਰਫ ਇੰਨਾ ਯਾਦ ਰੱਖਣਾ। ਉਸ ਤੋਂ ਬਾਅਦ ਤਮਿਲ ਰਾਈਟਰ ਵੈਰਾਮੁਥੂ ਵਿਨਸ ਗਿਆਨਪੀਠ ਅਵਾਰਡ, ਠੀਕ ਹੈ ਜੀ। ਗਿਆਨਪੀਠ ਅਵਾਰਡ ਆਪਣੇ ਲਈ ਇੰਪੋਰਟੈਂਟ ਹੈਗਾ। ਕਿਹਨਾਂ ਨੇ ਜਿੱਤਿਆ ਇਸ ਵਾਰ? ਵੈਰਾਮੁਥੂ ਨੇ ਜਿੱਤਿਆ ਹੈਗਾ। ਸੋ ਗਿਆਨਪੀਠ ਅਵਾਰਡ ਬਾਰੇ ਆਪਾਂ ਦੇਖ ਲੈਂਦੇ ਹਾਂ। 1961 ਦੇ ਵਿੱਚ ਇਸ ਅਵਾਰਡ ਨੂੰ ਸ਼ੁਰੂ ਕੀਤਾ ਗਿਆ ਸੀਗਾ ਐਂਡ ਇਹ ਇੰਡੀਆ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਹਾਈਐਸਟ ਲਿਟਰੇਰੀ ਔਰਨ ਮੰਨਿਆ ਜਾਂਦਾ ਹੈਗਾ ਇੰਡੀਆ ਦੇ ਵਿੱਚ, ਠੀਕ ਹੈ ਜੀ। ਕਿਹਨਾਂ ਨੂੰ ਦਿੱਤਾ ਜਾਂਦਾ ਹੈਗਾ? ਰਾਈਟਰਸ ਹੂ ਹੈਵ ਐਕਸੈਲਡ ਇਨ ਲਿਟਰੇਚਰ ਇਨ ਡਿਫਰੈਂਟ ਇੰਡੀਅਨ ਲੈਂਗੁਏਜਿਸ, ਠੀਕ ਹੈ ਜੀ। ਸੋ ਜੋ ਡਿਫਰੈਂਟ ਇੰਡੀਅਨ ਲੈਂਗੁਏਜਿਸ ਦੇ ਵਿੱਚ ਲਿਖਦੇ ਨੇ ਉਹਨਾਂ ਨੂੰ ਅਵਾਰਡ ਦਿੱਤਾ ਜਾਂਦਾ ਹੈਗਾ। ਐਂਡ ਦਿੰਦਾ ਕੌਣ ਹੈ? ਭਾਰਤੀ ਗਿਆਨਪੀਠ ਇੱਕ ਸੰਸਥਾ ਹੈਗੀ ਆ, ਉਹ ਇਸ ਅਵਾਰਡ ਨੂੰ ਅਵਾਰਡ ਕਰਦੀ ਹੈ। ਨੈਕਸਟ ਇਜ਼ ਇਹ ਜੋ ਅਵਾਰਡ ਹੈਗਾ ਉਹ ਸਿਰਫ ਇੰਡੀਅਨ ਰਾਈਟਰਸ ਨੂੰ ਹੀ ਦਿੱਤਾ ਜਾਂਦਾ ਗਾ ਜੋ ਕਿ ਇੰਡੀਅਨ ਲੈਂਗੁਏਜਿਸ ਦੇ ਵਿੱਚ ਲਿਖਦੇ ਨੇ, ਜੋ ਕਿ 8th ਸ਼ੈਡਿਊਲ ਦੇ ਵਿੱਚ ਮੈਂਸ਼ਨ ਹੈਗੀ ਆ, ਪਲੱਸ ਇੰਗਲਿਸ਼। ਸੋ ਆਪਣੇ 8th ਸ਼ੈਡਿਊਲ ਦੇ ਵਿੱਚ 22 ਲੈਂਗੁਏਜ ਮੈਂਸ਼ਨ ਹੈਗੀ ਆ ਪਲੱਸ ਇੰਗਲਿਸ਼, ਯਾਨੀ ਕਿ 23 ਲੈਂਗੁਏਜਿਸ ਦੇ ਵਿੱਚ ਜੋ ਰਾਈਟਰ ਲਿਟਰੇਚਰ ਲਿਖਦੇ ਨੇ ਉਹਨਾਂ ਨੂੰ ਹੀ ਅਵਾਰਡ ਦਿੱਤਾ ਜਾਂਦਾ ਗਾ। ਐਂਡ ਇੱਕ ਕੰਡੀਸ਼ਨ ਹੈਗੀ ਕਿ ਉਹ ਜੋ ਰਾਈਟਰ ਹੈ ਉਹ ਇੰਡੀਅਨ ਹੋਣਾ ਚਾਹੀਦਾ ਹੈ। ਐਂਡ ਜੋ ਫਸਟ ਗਿਆਨਪੀਠ ਅਵਾਰਡ ਸੀਗਾ 1965 ਦੇ ਵਿੱਚ ਦਿੱਤਾ ਗਿਆ ਸੀਗਾ। ਕਿਹਨਾਂ ਨੂੰ ਦਿੱਤਾ ਗਿਆ ਸੀਗਾ? GS ਕੁਰੂਪ ਨੂੰ ਦਿੱਤਾ ਗਿਆ ਸੀਗਾ, ਇਹ ਵੀ ਯਾਦ ਰੱਖਿਓ। ਨੈਕਸਟ ਇਜ਼ ਰਾਸ਼ਟਰਪਤੀ ਭਵਨ ਹੋਸਟਡ ਦਾ ਪਰਪਲ ਫੈਸਟ ਟੂ ਸੈਲੀਬ੍ਰੇਟ ਦ ਅਚੀਵਮੈਂਟਸ ਐਂਡ ਟੈਲੈਂਟਸ ਆਫ ਪਰਸਨ ਵਿਦ ਡਿਸੇਬਿਲਿਟੀ ਐਂਡ ਪ੍ਰੋਮੋਟ ਇਨਕਲੂਸਿਵਿਟੀ। ਸੋ ਸਿੰਪਲ ਯਾਦ ਰੱਖਿਓ ਕਿ ਜੋ ਪਰਪਲ ਫੈਸਟ ਮਨਾਇਆ ਗਿਆ ਉਹਦਾ ਪਰਪਸ ਕੀ ਸੀਗਾ ਕਿ ਜੋ ਪਰਸਨ ਵਿਦ ਡਿਸੇਬਿਲਿਟੀ, ਜੋ ਦਿਵਿਆਂਗਜਨ ਹੈਗੇ ਆ, ਉਹਨਾਂ ਦੇ ਟੈਲੈਂਟ ਨੂੰ ਸੈਲੀਬ੍ਰੇਟ ਕਰਨ ਲਈ, ਠੀਕ ਹੈ, ਇਨਕਲੂਸਿਵਿਟੀ ਨੂੰ ਸੈਲੀਬ੍ਰੇਟ ਕਰਨ ਲਈ ਜੋ ਹੈ ਪਰਪਲ ਫੈਸਟ ਮਨਾਇਆ ਗਿਆ ਰਾਸ਼ਟਰਪਤੀ ਭਵਨ ਦੇ ਵਿੱਚ। ਐਂਡ ਕਿਹੜੀ ਮਿਨਿਸਟਰੀ ਇਨਵੋਲਵ ਹੁੰਦੀ ਹੈ? ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ, ਇਹ ਵੀ ਇੰਪੋਰਟੈਂਟ ਯਾਦ ਰੱਖਿਓ। ਨੈਕਸਟ ਇਜ਼ ਵੋਰ ਤੋਂ ਰਿਲੇਟਡ ਨਿਊਜ਼ ਹੈਗੀ ਆ। ਸੋ US ਦਾ ਇੱਕ ਰੀਫਿਊਲਰ ਸੀਗਾ ਜਿਹਦਾ ਨਾਮ ਸੀਗਾ KC-135 ਸਟ੍ਰੈਟੋ ਟੈਂਕਰ। ਇਹ ਰੀਸੈਂਟਲੀ ਕ੍ਰੈਸ਼ ਕਰ ਗਿਆ ਇਰਾਕ ਦੇ ਵਿੱਚ। ਸੋ ਰੀਫਿਊਲਰ ਦਾ ਕੰਮ ਕੀ ਹੁੰਦਾ? ਮਿਡ ਏਅਰ ਕਿਸੇ ਐਰੋਪਲੇਨ ਦਾ ਜਾਂ ਫਾਈਟਰ ਜੈਟ ਦਾ ਜੇ ਫਿਊਲ ਮੁੱਕ ਜਾਵੇ ਤਾਂ ਉਹਨੂੰ ਮਿਡ ਏਅਰ ਰਿਫਿਊਲ ਦਿੰਦਾ ਹੈ, ਠੀਕ ਹੈ ਜੀ। ਸੋ ਰਿਫਿਊਲਰ ਸੀਗਾ, ਇਹ ਕ੍ਰੈਸ਼ ਕਰ ਗਿਆ।
ਸੋ या इंपॉर्टेंट है, याद रखियो। नैक्सट इज प्रेवियर टैंपल। ਇਹ ਕੰਬੋਡੀਆ ਦੇ ਵਿੱਚ ਲਾਈ ਕਰਦਾ ਹੈ। ਕਾਫੀ ਜ਼ਿਆਦਾ ਕੰਟਰੋਵਰਸੀਸ ਟੈਂਪਲ 'ਤੇ ਹੁੰਦੀ ਹੈ ਕਿਉਂਕਿ ਕੰਬੋਡੀਆ ਥਾਈਲੈਂਡ ਬਾਰਡਰ 'ਤੇ ਹੈ ਬਿਲਕੁਲ। ਸੋ ਕੰਬੋਡੀਆ ਕਲੇਮ ਕਰਦਾ ਹੈ ਕਿ ਇਹ ਜੋ ਟੈਂਪਲ ਹੈਗਾ ਇਹਨਾਂ ਦੀ ਟੈਰੀਟਰੀ ਦੇ ਵਿੱਚ ਲਾਈ ਕਰਦਾ। ਥਾਈਲੈਂਡ ਕਲੇਮ ਕਰਦਾ ਹੈ ਕਿ ਜੋ ਟੈਂਪਲ ਹੈ ਉਹਨਾਂ ਦੀ ਟੈਰੀਟਰੀ ਦੇ ਵਿੱਚ ਲਾਈ ਕਰਦਾ। ਬਟ ਜੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਹਨੇ ਚੀਜ਼ ਅਫਰਮ ਕੀਤੀ ਹੈ ਕਿ ਜੋ ਟੈਂਪਲ ਹੈਗਾ ਉਹ ਕੰਬੋਡੀਆ ਦਾ ਹੈਗਾ। ਠੀਕ ਹੈ, ਇੱਕ ਇੰਟਰਨੈਸ਼ਨਲ ਬਾਰਡਰ ਜੋ ਹੈ ਟੈਂਪਲ ਬਣਾਉਂਦਾ ਗਾ। ਐਂਡ ICJ ਦਾ ਕਹਿਣਾ ਹੈ ਕਿ ਟੈਂਪਲ ਜੋ ਹੈ ਕੰਬੋਡੀਆ ਦੇ ਵਿੱਚ ਲਾਈ ਕਰਦਾ ਗਾ। ਸੈਕਿੰਡ ਇੰਪੋਰਟੈਂਟ ਕਿਉਂ ਹੈਗਾ ਆਪਣੇ ਲਈ, ਬਿਕੋਜ਼ ਇਹ ਜੋ ਟੈਂਪਲ ਹੈਗਾ ਉਹ ਲੋਰਡ ਸ਼ਿਵਾ ਲਈ ਬਣਾਇਆ ਗਿਆ ਸੀਗਾ। ਠੀਕ ਹੈ ਜੀ, ਇਸ ਕਰਕੇ ਵੀ ਹਿੰਦੂਇਜ਼ਮ ਲਈ ਵੀ ਇਹ ਕਾਫੀ ਇੰਪੋਰਟੈਂਟ ਹੈਗਾ। ਸੋ ਯਾਦ ਰੱਖਿਓ, ਕੁਐਸਚਨ ਆ ਸਕਦਾ ਐਗਜ਼ਾਮ ਦੇ ਵਿੱਚ। ਨੈਕਸਟ ਇਜ਼ ਸ਼੍ਰੀ ਵਮਨ ਅਵਤਾਰ ਟੈਂਪਲ ਜੋ ਕਿ ਪਟਿਆਲਾ ਦੇ ਵਿੱਚ ਹੈਗਾ। ਇਹ ਵੀ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ। ਨਿਊਜ਼ ਦੇ ਵਿੱਚ ਕਿਉਂ ਸੀਗਾ, ਬਿਕੋਜ਼ ਇੱਥੇ ਰੈਨੋਵੇਸ਼ਨ ਦੀ ਗੱਲ ਚੱਲ ਰਹੀ ਸੀਗੀ। ਸੋ ਇਹਦੀ ਲੋਕੇਸ਼ਨ ਯਾਦ ਰੱਖਿਓ। ਸੋ ਦਿਸ ਵਾਜ਼ ਆਲ ਅਬਾਊਟ ਦਾ ਨਿਊਜ਼। ਇਸ ਤੋਂ ਬਾਅਦ ਆਪਣਾ ਕੋਰਸ ਰਹੇਗਾ ਸੰਘਰਸ਼ ਅਕੈਡਮੀ ਦਾ। ਜਿੰਨੇ ਵੀ ਪੰਜਾਬ ਗੌਰਮੈਂਟ ਦੇ ਐਗਜ਼ਾਮ ਆਉਣ ਵਾਲੇ ਆ ਜਾਂ ਫਿਰ ਅੱਗੇ ਆਉਣਗੇ, ਜਿਵੇਂ ਐਕਸਾਈਜ਼ ਇੰਸਪੈਕਟਰ ਹੋ ਗਿਆ, PTPSB ਕਲਰਕ ਹੋ ਗਿਆ, ਕਨਸਟੇਬਲ ਹੋ ਗਿਆ, SI ਹੋ ਗਿਆ, ਇਹ ਸਾਰਿਆਂ ਲਈ ਕੰਪਰੀਹੈਂਸਿਵ ਕੋਰਸ ਚਲਾਇਆ ਜਾ ਰਿਹਾ ਹੈਗਾ। 20% ਡਿਸਕਾਊਂਟ ਹੈਗਾ। ਡਿਸਕਾਊਂਟ ਤੁਸੀਂ ਅਵੇਲ ਕਰ ਸਕਦੇ ਹੋ। ਕੂਪਨ ਕੋਡ ਆਪਣਾ ਹੈਗਾ GET20। ਇਸ ਕੂਪਨ ਕੋਡ ਦਾ ਯੂਜ਼ ਕਰਕੇ ਤੁਸੀਂ www.sangharsh.com 'ਤੇ ਜਾਓਗੇ। ਕੂਪਨ ਕੋਡ ਯੂਜ਼ ਕਰੋ, ਤੁਹਾਨੂੰ 20% ਡਿਸਕਾਊਂਟ ਮਿਲ ਜੂਗਾ। ਬਾਕੀ ਤੁਹਾਨੂੰ ਕੋਈ ਵੀ ਕੁਐਰੀ ਹੈਗੀ ਹੈ ਕੋਰਸ ਨੂੰ ਲੈ ਕੇ, ਕੋਈ ਡਿਟੇਲ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਗਿਵਨ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ 9988510006। ਸੋ ਦਿਸ ਵਾਜ਼ ਆਲ ਅਬਾਊਟ ਦ ਨਿਊਜ਼ ਸੈਕਸ਼ਨ। ਥੈਂਕ ਯੂ ਸੋ ਮਚ ਫॉर ਵਾਚਿੰਗ।